सतगुर की। जिसनु मत आवे सो सतगुर माहे समाना। एह बाणी जो जियों जाने तिस अंतर रवे हर नामा। बाणी गुरु गुरु है बाणी। विच बाणी अमृत सारे। गुरबाणी कहे सेवक जन मान। पर तक गुरु निस्तारे। बाणी बिरलो विचार सी। जे को गुरमुख होए एह बाणी महापुरख की। निज कर वासा होए। गौड़ी महला पंजवा। बिख राजते अंधुला पारी। दुख लागे राम नाम चितारी। तेरे दास को तू ही वडियाई। माया मगन नरक ले जाई। रहाओ रोग ग्रस्त चितार नाम। बिख माते का ठार न ठाऊं। चरण कमल स्यों लागी प्रीत। आन सुखाम नहीं आवे चीत। सदा सदा सिमरो प्रभु स्वामी। मिल नानक हर अंतर जामी। सदा सदा सिमरो प्रभु स्वामी।
ਮੇਲ ਨਾਨਕ ਹਰ ਅੰਤਰ ਜਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਗੌੜੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। 196 ਅੰਗ ਤੇ ਦਰਜ ਹੈ। ਇਸ ਸ਼ਬਦ ਦੀ ਵਿਚਾਰ ਭਾਈ ਰਜਿੰਦਰ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਮੋਤੀ ਬਾਗ ਸਾਹਿਬ ਆਪ ਜੀ ਨੂੰ ਸਰਵਣ ਕਰਵਾਉਣਗੇ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਘਰਾਂ ਦੇ ਵਿੱਚ ਪੰਜਾਬੀ ਬੋਲਿਆ ਕਰੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗ ਸਕਣ। (1984) ਦੇ ਵਿੱਚ ਜੋ ਸਾਡਾ ਸਿੱਖ ਕਤਲੇਆਮ ਕੀਤਾ ਗਿਆ, ਉਸ ਸਮੇਂ ਜੋ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ, ਉਹਨਾਂ ਦੀ ਯਾਦ ਵਿੱਚ ਕੱਲ੍ਹ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ। ਆਉਣ ਵਾਲਾ ਕੱਲ੍ਹ 1 ਤਰੀਕ ਨੂੰ ਸਵੇਰੇ ਭੋਗ ਪੈਣਗੇ। ਫਿਰ ਇਸੇ ਹੀ ਅਸਥਾਨ 'ਤੇ ਬੰਗਲਾ ਸਾਹਿਬ ਬਾਅਦ ਦੁਪਹਿਰ ਤੱਕ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਹੋਵੇਗਾ। ਉਹਨਾਂ ਪ੍ਰਤੀ ਸ਼ਰਧਾ ਸਤਿਕਾਰ ਭੇਟਾ ਕੀਤਾ ਜਾਏਗਾ। ਕੌਮ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਹੋਵੇਗੀ। ਫਿਰ ਸ਼ਾਮ ਨੂੰ ਜੋ ਸੱਚ ਦੀ ਕੰਧ ਉਹਨਾਂ ਸ਼ਹੀਦਾਂ ਦੀ ਯਾਦਗਾਰ ਬਣੀ ਹੈ ਰਕਾਬਗੰਜ ਸਾਹਿਬ, ਉੱਥੇ ਸਮਾਗਮ ਹੋਏਗਾ। 1984 ਦੇ ਉਸ ਕਤਲੇਆਮ 'ਤੇ ਆਧਾਰਿਤ ਚਿੱਤਰ ਪ੍ਰਦਰਸ਼ਨੀ ਹੋਏਗੀ। ਬੱਚੇ ਉਹਨਾਂ ਪ੍ਰਤੀ ਸ਼ਰਧਾ ਸਤਿਕਾਰ ਭੇਟਾ ਕਰਨਗੇ। ਸੋ ਇਹ ਸਾਡਾ ਕੌਮੀ ਫਰਜ਼ ਬਣਦਾ ਹੈ, ਅਸੀਂ ਇਹਦੇ ਵਿੱਚ ਸ਼ਾਮਲ ਹੋਈਏ। ਸ਼ਹੀਦਾਂ ਦੇ ਦਿਨ ਜਿਉਂਦੀਆਂ ਕੌਮਾਂ ਮਨਾਉਂਦੀਆਂ ਹੁੰਦੀਆਂ ਨੇ। ਜਿਹੜੇ ਮਰ ਜਾਣ ਜਾਂ ਜਿਨ੍ਹਾਂ ਦੇ ਮਰ ਜਾਣ, ਉਹਨਾਂ ਨੇ ਆਪਣੇ ਪੁਰਖਿਆਂ ਦੇ ਦਿਨ ਕੀ ਮਨਾਉਣੇ ਹੁੰਦੇ ਨੇ ਭਾਈ। ਸਿੱਖ ਕੌਮ ਚੜ੍ਹਦੀ ਕਲਾ ਦਾ ਇੱਕ ਦੁਨੀਆ ਦੇ ਸਾਹਮਣੇ ਇੱਕ ਬਹੁਤ ਵੱਡਾ ਉਦਾਹਰਣ ਹੈ, ਕਿਉਂਕਿ ਸਾਡੇ ਪੁਰਖੇ ਪੜ੍ਹਦੇ ਸੀ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਬੰਦੀ ਛੋੜ ਦਿਵਸ ਦੀਵਾਲੀ ਦਾ ਪੁਰਬ 12 ਤਰੀਕ ਨੂੰ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ 27 ਤਰੀਕ ਨੂੰ ਹੈ। ਇਸ ਮਹੀਨੇ ਦੀ ਸੰਗਰਾਂਦ 16 ਤਰੀਕ ਨੂੰ ਹੋਵੇਗੀ। ਅਗਲੇ ਸਮੇਂ ਲਈ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਥਾਹ ਅਗਨਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜੋ ਹਮਰੇ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ। हम रुलते फिरते कोई बात ना पूछता,
ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ। ਜਿਤ ਮਿਲਿਆ ਚੁਕੈ ਸਭ ਸੋਗ ਸੰਤਾਪੈ। ਪਿਆਰ ਅਦਬ ਔਰ ਸ਼ਰਧਾ ਸਹਿਤ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਹਕ ਹਕ ਅੰਦੇਸ਼ ਹਕ ਹਕ ਆਗਾਹ ਸ਼ਾਹੇ ਸ਼ਹਿਨਸ਼ਾਹ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਖਸ਼ੀ ਫਤਿਹ ਦੇ ਨਾਲ ਸਾਂਝ ਪਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਹੀ ਵਡਭਾਗੇ ਹਾਂ ਜੋ ਬਾਲਾ ਪ੍ਰੀਤਮ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਪਿਤਾ ਮਹਾਰਾਜ ਜੀ ਦੇ ਪਵਿੱਤਰ ਪਾਵਨ ਮੁਕੱਦਸ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਧੰਨ ਧੰਨ ਚਬਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਜੁੜੇ ਹਾਂ। ਆਸਾ ਜੀ ਵਾਰ ਦੀ ਪਾਵਨ ਬਾਣੀ ਦੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਸ਼ਬਦ ਕੀਰਤਨ ਆਪ ਜੀ ਨੇ ਬੜੇ ਪ੍ਰੇਮ ਦੇ ਨਾਲ ਗੁਰੂ ਘਰ ਦੇ ਕੀਰਤਨੀਏ ਭਾਈ ਗੁਰਦੇਵ ਸਿੰਘ ਆਸਟ੍ਰੇਲੀਆ ਵਾਲਿਆਂ ਪਾਸੋਂ ਸਰਵਣ ਕੀਤੇ ਨੇ। ਸਿੰਘ ਸਾਹਿਬ ਜੀ ਨੇ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੋਜ਼ਾਨਾ ਦੀ ਤਰ੍ਹਾਂ ਜੋ ਸ਼ਬਦ ਵਿਚਾਰ ਇਸ ਪਾਵਨ ਅਸਥਾਨ 'ਤੇ ਕੀਤੀ ਜਾਂਦੀ ਹੈ, ਮਰਿਆਦਾ ਤਹਿਤ ਉਹ ਸ਼ਬਦ ਸਰਵਣ ਕੀਤਾ ਹੈ ਜਿਸ ਦੀ ਅੱਜ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ। ਆਓ ਬੜੇ ਪ੍ਰੇਮ ਦੇ ਨਾਲ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਈਏ। ਸਤਿਗੁਰੂ ਕਿਰਪਾ ਕਰਨ ਸਾਡੇ ਮਨ ਹਿਰਦੇ ਅੰਦਰ ਗੁਰੂ ਦੀ ਦੱਸਿਆ ਹੋਇਆ ਉਪਦੇਸ਼ ਵਸ ਜਾਵੇ, ਸਾਡਾ ਜੀਵਨ ਸਫਲਾ ਹੋ ਜਾਵੇ। ਪਿਆਰ ਸ਼ਰਧਾ ਨਾਲ ਸ਼ਬਦ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਕਰੋ ਰਸਨਾ ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੌੜੀ ਰਾਗ ਦੇ ਅੰਦਰ ਸ਼ਹੀਦਾਂ ਦੇ ਸ਼੍ਰੋਮਣੀ ਸਿਰਤਾਜ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ਼ਬਦ ਦੀ ਰਹਾਉ ਦੀ ਪੰਕਤੀ ਹੈ, ਸ਼ਬਦ ਦਾ ਮੁੱਖ ਭਾਵ ਜਿਸ ਦੇ ਅੰਦਰ ਅੰਕਿਤ ਹੈ। ਸਭ ਕਹਿੰਦੇ ਨੇ ਤੇਰੇ ਦਾਸ ਕੋ ਤੂੰ ਵਡਿਆਈ, ਮਾਇਆ ਮਗਨ ਨਰਕ ਲੈ ਜਾਈ ਰਹਾਓ। ਸਤਿਗੁਰੂ ਕਹਿੰਦੇ ਨੇ ਕਿ ਤੇਰਾ ਜਿਹੜਾ ਦਾਸ ਹੈ, ਤੇਰਾ ਜਿਹੜਾ ਸੇਵਕ ਹੈ, ਇਹ ਵਾਹਿਗੁਰੂ, ਉਸ ਵਾਸਤੇ ਤੇਰਾ ਨਾਮ ਹੀ ਵਡਿਆਈ ਹੈ ਲੋਕ ਪਰਲੋਕ ਦੇ ਵਿੱਚ। ਨਾਮ ਜਪਣਾ, ਨਾਮ ਸਿਮਰਨਾ, ਆਤਮਿਕ ਜੀਵਨ ਜਿਉਣਾ, ਇਹਨਾਂ ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਜਿਸ ਦੀ ਰਸਨਾ ਦੇ ਉੱਪਰ ਕਰਤੇ ਪੁਰਖ ਦਾ ਨਾਮ ਨਹੀਂ ਹੈ, ਜੋ ਇਹ ਨਹੀਂ ਸਮਝਦਾ ਕਿ ਇਹ ਸਭ ਕੁਛ ਉਸ ਵਾਹਿਗੁਰੂ ਦਾ ਬਖਸ਼ਿਆ ਹੋਇਆ ਦਿੱਤਾ ਹੋਇਆ ਹੈ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੇ ਪਵਨ ਵੱਜੇ ਸਭ ਜਾਏ। ਜਿਹਨੂੰ ਇਹ ਸਮਝ ਨਹੀਂ ਹੈ ਉਹ ਆਤਮਿਕ ਜੀਵਨ ਕਿਵੇਂ ਜੀਉ ਸਕਦਾ ਹੈ। ਜਿਹੜਾ ਇਹ ਸਮਝਦਾ ਹੈ ਇਹ ਸਭ ਕੁਛ ਉਸ ਮਾਲਕ ਦਾ ਦਿੱਤਾ ਹੋਇਆ ਹੈ,
ਮੇਰਾ ਪਿੰਡ ਸਰੀਰ, ਸਰੀਰ ਦੇ ਵਿੱਚ ਪ੍ਰਾਣ, ਜੀਓ, ਆਤਮਾ, ਸਰੀਰ ਦੇ ਭੋਗਣ ਵਾਸਤੇ ਪਦਾਰਥ, ਪਹਿਨਣ ਵਾਸਤੇ ਬਸਤਰ, ਕੱਪੜੇ, ਸਭ ਕੁਛ ਜੋ ਵੀ ਜੀਵਨ ਦੇ ਵਿੱਚ ਅਸੀਂ ਦੁਨਿਆਵੀ ਸੁੱਖ ਮਾਣਦੇ ਹਾਂ, ਸੰਸਾਰਿਕ ਪਦਾਰਥ ਭੋਗਦੇ ਹਾਂ, ਇਹ ਸਾਰਾ ਕੁਛ ਉਸ ਕਰਤੇ ਪੁਰਖ ਦਾ ਦਿੱਤਾ ਹੋਇਆ ਹੈ। ਤਾਂ ਹੀ ਤੇ ਕਿਹਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਇਹ ਸਾਨੂੰ ਜਾਚ ਦੱਸੀ ਹੈ, ਇਹ ਤਰੀਕਾ ਦੱਸਿਆ ਹੈ ਉਸ ਨੂੰ ਚੇਤੇ ਰੱਖਣ ਦਾ, ਉਸ ਨੂੰ ਯਾਦ ਰੱਖਣ ਦਾ ਵੀ ਤੁਸੀਂ ਸਾਡੇ ਮਾਲਕ ਜੇ, ਤੁਸੀਂ ਸਾਡੇ ਸੁਆਮੀ ਜੇ, ਸਾਈਂ ਜੇ ਸਾਡੇ ਸਿਰ ਦੇ। ਨਿਮਖ ਨਿਮਖ ਤੁਸੀਂ ਪੈਰ ਪੈਰ ਤੇ ਸਾਡੀ ਪਾਲਣਾ ਕਰਨ ਵਾਲੇ ਹੋ। ਅਸੀਂ ਤੁਹਾਡੇ ਪੈਦਾ ਕੀਤੇ ਹੋਏ ਬੱਚੇ ਹਾਂ। ਸਾਡੀ ਇੱਕ ਜ਼ੁਬਾਨ ਤੁਹਾਡੇ ਅਨੇਕ ਗੁਣਾਂ ਦਾ ਗੁਣਗਾਨ ਨਹੀਂ ਕਰ ਸਕਦੀ, ਤੁਹਾਡੀਆਂ ਅਨੇਕਾਂ ਵਡਿਆਈਆਂ ਨੂੰ ਦੱਸ ਨਹੀਂ ਸਕਦੀ, ਗਿਣਾ ਨਹੀਂ ਸਕਦੀ। ਇਹ ਜਿਹੜੀਆਂ ਪੰਕਤੀਆਂ ਨੇ, ਇਹ ਉਸ ਮਾਲਕ ਦੇ ਨਾਲ ਜੁੜਨ ਵਾਸਤੇ, ਇਹਨਾਂ ਪੰਕਤੀਆਂ ਦੇ ਨਾਲ ਜੋੜਿਆ ਹੈ ਗੁਰੂ ਨੇ, ਉਸ ਕਰਤੇ ਪੁਰਖ ਦੇ ਨਾਲ। ਜਿਹੜਾ ਉਸ ਦੇ ਨਾਲ ਜੁੜਦਾ ਹੈ, ਉਹ ਉਸ ਦੇ ਨਾਲ ਜੁੜ ਕਰਕੇ ਜੀਵਨ ਸੋਹਣਾ ਬਣ ਜਾਂਦਾ ਹੈ, ਪਾਪਾਂ ਤੋਂ ਬਚਿਆ ਰਹਿੰਦਾ ਹੈ, ਵਿਸ਼ਿਆਂ ਤੋਂ ਬਚਿਆ ਰਹਿੰਦਾ ਹੈ, ਵਿਕਾਰਾਂ ਤੋਂ ਬਚਿਆ ਰਹਿੰਦਾ ਹੈ। ਇਹ ਜਿਹੜਾ ਜੀਵਨ ਜਿਉਣਾ ਹੈ, ਇਹ ਜਿਹੜਾ ਨਾਮ ਸਿਮਰਨਾ ਹੈ, ਇਹ ਸੇਵਾ, ਇਹ ਪਰ ਉਪਕਾਰ, ਇਹ ਨਿਰਮਲ ਭਾਵਨਾਵਾਂ ਅੰਦਰ ਜਿਹੜੀਆਂ ਨੇ, ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ, ਬਲਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ, ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਹਰ ਕੇ ਗੁਣ ਹਰ ਭਾਵੰਦੇ, ਹਰੀ ਦੇ ਗੁਣ, ਉਹਦੀਆਂ ਵਡਿਆਈਆਂ ਉਹਨੂੰ ਚੰਗੀਆਂ ਲੱਗਦੀਆਂ ਨੇ, ਉਹਨੂੰ ਭਾਉਂਦੀਆਂ ਨੇ। ਸੇ ਗੁਰ ਤੇ ਪਾਏ, ਜਿਹੜੇ ਗੁਰੂ ਤੋਂ ਮਿਲਦੇ ਨੇ, ਇਹ ਗੁਰੂ ਤੋਂ ਬਿਨਾਂ ਨਹੀਂ ਪ੍ਰਾਪਤ ਹੋ ਸਕਦੇ। ਗੁਰੂ ਦੇ ਨਾਲ ਜੁੜ ਕੇ, ਗੁਰੂ ਸ਼ਬਦ ਦੇ ਨਾਲ ਜੁੜ ਕੇ ਇਹ ਸਿੱਖਿਆ ਮਿਲਦੀ ਹੈ। ਇਹ ਜਿਹੜੇ ਆਤਮਿਕ ਜੀਵਨ ਜਿਉਣ ਵਾਲੇ ਸੋਹਣੇ ਗੁਣ ਨੇ, ਇਹ ਗੁਰੂ ਨੂੰ ਭਾਉਂਦੇ ਨੇ, ਇਹ ਚੰਗੇ ਲੱਗਦੇ ਨੇ। ਤੇ ਜੇ ਕੋਈ ਇਸ ਦੇ ਉਲਟ ਚੱਲੇ, ਕਿ ਉਹ ਗੁਰੂ ਨੂੰ ਚੰਗਾ ਲੱਗੇਗਾ? ਮਾਤਾ ਪਿਤਾ ਦਾ ਪੁੱਤਰ ਧੀ, ਮਾਂ ਬਾਪ ਦੀ ਆਗਿਆ ਦੇ ਵਿੱਚ ਚੱਲੇ, ਉਸ ਦੇ ਦਸਾਏ ਰਾਹ ਮਾਰਗ ਦੇ ਉੱਪਰ ਉਹਦੀਆਂ ਦੱਸੀਆਂ ਹੋਈਆਂ, ਸਿਆਣੀਆਂ ਸਿਖਾਈਆਂ ਹੋਈਆਂ ਚੰਗੀਆਂ ਗੱਲਾਂ, ਵਿਕਾਰਾਂ ਤੋਂ, ਵਿਸ਼ਿਆਂ ਤੋਂ ਸੁਚੇਤ ਕਰਨ ਵਾਲੀਆਂ, ਅਗਾਹ ਕਰਨ ਵਾਲੀਆਂ, ਜੇ ਉਹਨਾਂ ਨੂੰ ਬੱਚਾ ਧਿਆਨ ਦੇ ਵਿੱਚ ਰੱਖਦਾ ਹੈ, ਉੱਦਾਂ ਜਿਉਂਦਾ ਹੈ, ਆਪਣੀ ਮਨਮਰਜ਼ੀ ਨਹੀਂ ਕਰਦਾ, ਹੁਕਮ ਅਦੁੱਲੀ ਨਹੀਂ ਕਰਦਾ, ਮਾਤਾ ਪਿਤਾ ਦੀਆਂ ਦੱਸੀਆਂ ਹੋਈਆਂ ਗੱਲਾਂ ਤੋਂ ਦਰਕਿਨਾਰ ਨਹੀਂ ਹੁੰਦਾ, ਧਿਆਨ ਰੱਖਦਾ ਹੈ। ਧੀਆਂ ਆਪਣੇ ਪਿਓ ਦੀ ਪੱਗ ਦਾ ਧਿਆਨ ਰੱਖਦੀਆਂ ਨੇ, ਐਸਾ ਕਰਮ ਨਹੀਂ ਕਰਦੀਆਂ ਜਿਹਦੇ ਨਾਲ ਪਿਤਾ ਦੀ, ਮਾਂ ਪਿਓ ਦੀ ਇੱਜ਼ਤ ਰੁਲਦੀ ਹੋਵੇ। ਪੁੱਤਰ ਵੀ ਐਸਾ ਨਹੀਂ, ਧੀਆਂ ਪੁੱਤਰਾਂ ਵਾਸਤੇ ਵੀ ਇਹੀ ਹੈ ਕਿ ਪੁੱਤਰਾਂ ਨੂੰ ਕੋਈ ਖੁੱਲ੍ਹ ਨਹੀਂ ਹੈ। ਔਲਾਦ ਧੀ ਹੈ, ਪੁੱਤਰ ਹੈ, ਅਗਰ ਉਹ ਸਮਾਜ ਦੇ ਵਿੱਚ ਸਮਾਜਿਕ ਨਿਯਮਾਂ ਦੀ ਪਾਲਣਾ ਕਰਦਾ ਹੋਇਆ, ਆਪਣੇ ਮਾਂ ਪਿਤਾ ਦੀ ਇੱਜ਼ਤ ਦਾ ਖਿਆਲ ਰੱਖਦਾ ਹੋਇਆ ਆਪਣਾ ਜੀਵਨ ਜਿਉਂਦਾ ਹੈ, ਮਾਂ ਬਾਪ ਦਾ ਸਿਰ ਉੱਚਾ ਹੁੰਦਾ ਹੈ ਸਮਾਜ ਦੇ ਵਿੱਚ। ਲੋਕੀ ਕਹਿੰਦੇ ਨੇ ਇਹ ਫਲਾਣੇ ਦਾ ਪੁੱਤਰ ਹੈ। ਇਸੇ ਤਰ੍ਹਾਂ ਹੀ ਇੱਜ਼ਤ ਹੁੰਦੀ ਹੈ, ਵਡਿਆਈ ਹੁੰਦੀ ਹੈ। ਇਹ ਵਡਿਆਈ, ਇਹ ਇੱਜ਼ਤ ਕਿਉਂ? ਇਹ ਜੀਵਨ ਇਹੋ ਜਿਹਾ ਜੀਵਿਆ ਪੁੱਤਰਾਂ ਨੇ, ਧੀਆਂ ਨੇ, ਨੇਕ ਕਮਾਈ ਕੀਤੀ, ਵਿਕਾਰ ਵਿਸ਼ੇ ਤੋਂ ਸਾਵਧਾਨ ਰਹੇ, ਚੋਰੀਆਂ ਚਕਾਰੀਆਂ ਬਦਫੈਲੀਆਂ ਤੋਂ ਸੁਚੇਤ ਰਹੇ, ਮਾਂ ਪਿਓ ਦੀ ਇੱਜ਼ਤ ਬਣੀ, ਮਾਂ ਪਿਓ ਦੀ ਇੱਜ਼ਤ ਬਣੀ, ਧੀਆਂ ਪੁੱਤਰਾਂ ਦੀ ਇੱਜ਼ਤ ਬਣੀ, ਵਡਿਆਈ ਬਣੀ। ਇਸੇ ਤਰ੍ਹਾਂ ਆਤਮਿਕ ਜੀਵਨ ਦੇ ਵਿੱਚ ਵੀ ਪ੍ਰਭੂ ਦਾ ਸਿਮਰਨ, ਵਾਹਿਗੁਰੂ ਦੀ ਯਾਦ ਜਿਹੜੀ ਹੈ,
ਉਹ ਵਡਿਆਈ ਹੈ। ਜਿਹੜਾ ਵੀ ਮਨੁੱਖ ਪ੍ਰਭੂ ਦੀ ਯਾਦ ਦੇ ਵਿੱਚ ਜੁੜ ਕੇ ਆਪਣਾ ਜੀਵਨ ਬਸਰ ਕਰਦਾ ਹੈ, ਉਹਦਾ ਆਤਮਿਕ ਜੀਵਨ ਉੱਚਾ ਹੋ ਜਾਂਦਾ ਹੈ। ਬੜੇ ਸੋਹਣਿਆਂ ਸ਼ਬਦਾਂ ਦੇ ਨਾਲ ਬਾਣੀ ਦੇ ਵਿੱਚ ਇਸ ਪ੍ਰਥਾਏ ਕਿਹਾ ਹੈ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਣੀ। ਇਹ ਉੱਚੀ ਪਦਵੀ ਹੈ, ਇਹ ਉੱਚਾ ਮਰਾਤਬਾ ਹੈ। ਆਤਮਿਕ ਜੀਵਨ ਉੱਚਾ ਹੋ ਜਾਣਾ ਇਹ ਕਮਾਈ ਦੇ ਨਾਲ ਹੁੰਦਾ ਹੈ, ਸਾਵਧਾਨੀ ਦੇ ਨਾਲ ਹੁੰਦਾ ਹੈ। ਇਹ ਕੁਛ ਗੱਲਾਂ ਦਾ ਤਿਆਗ ਕਰਨਾ ਤੇ ਕੁਛ ਦਾ ਗ੍ਰਹਿਣ ਕਰਨਾ, ਭੈੜੀਆਂ ਮਾੜੀਆਂ ਗੱਲਾਂ ਉਹਨਾਂ ਦਾ ਤਿਆਗ ਕਰਨਾ ਤੇ ਚੰਗਿਆਈਆਂ ਦਾ ਗ੍ਰਹਿਣ ਕਰਨਾ ਜੀਵਨ ਨੂੰ ਉੱਚਾ ਸੁੱਚਾ ਬਣਾਉਂਦਾ ਹੈ। ਫਿਰ ਕੋਈ ਕਹਿੰਦਾ ਹੈ, ਜਦੋਂ ਕੋਈ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ, ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਬੱਚਾ, ਪੁੱਤਰ, ਧੀ, ਸਿੱਖ ਸਮਾਜ ਦੇ ਵਿੱਚ ਦੁਨਿਆਵੀ ਤੌਰ ਦੇ ਉੱਪਰ ਵੀ ਕੋਈ ਉੱਚੀ ਪਦਵੀ ਪ੍ਰਾਪਤ ਕਰਦਾ ਹੈ, ਸੋਹਣਾ ਜੀਵਨ ਜਿਉਂਦਾ ਹੈ, ਤਾਂ ਉਹਦੇ ਗੁਰੂ ਦੀ ਵਡਿਆਈ ਹੁੰਦੀ ਹੈ। ਤੇ ਜਦੋਂ ਕੋਈ ਮਾੜੇ ਕਰਮ ਕਰਦਾ ਹੈ ਤੇ ਫਿਰ ਮਾਂ ਬਾਪ ਨੂੰ ਹੀ ਉਲਾਮੇ ਮਿਲਦੇ ਨੇ। ਇਸ ਕਰਕੇ ਧੀਆਂ ਪੁੱਤਰਾਂ ਨੂੰ, ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਆਪਣੇ ਪਿਤਾ ਦੀ ਪੱਗ ਦਾ, ਆਪਣੇ ਘਰ ਦੀ ਇੱਜ਼ਤ ਦਾ, ਗੁਰੂ ਨਾਨਕ ਦੇ ਘਰ ਦੀ ਇੱਜ਼ਤ ਦਾ, ਜਿਹਦੇ ਸਿਰ ਦੇ ਉੱਪਰ ਦਸਤਾਰ ਹੈ, ਪਗੜੀ ਹੈ, ਗੁਰੂ ਕਾ ਬਾਣਾ ਹੈ, ਗੁਰੂ ਕੀ ਸਿੱਖਿਆ ਹੈ। ਇਹ ਵੱਖਰੀ ਗੱਲ ਹੈ ਕਿ ਇਹ ਹੁਣ ਅੱਜ ਕੱਲ੍ਹ ਹਰ ਕੋਈ ਬੰਨਦਾ ਹੈ, ਚੰਗੀ ਗੱਲ ਹੈ ਬੰਨੇ, ਪਰ ਸਿੱਖ ਵਾਸਤੇ ਉਹਦੀ ਦਸਤਾਰ, ਉਹਦੀ ਪਗੜੀ, ਉਹਦਾ ਬਾਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਉਹ ਆਤਮਿਕ ਜੀਵਨ ਵਾਲਾ ਹੈ, ਉਹਦੇ ਅੰਦਰ ਗੁਰੂ ਦੀਆਂ ਸਿੱਖਿਆਵਾਂ ਨੇ। ਇਹ ਜਿਹੜਾ ਉਸ ਦਾ ਬਾਣਾ ਹੈ, ਉਹਨਾਂ ਸਿੱਖਿਆਵਾਂ ਦਾ ਪ੍ਰਤੀਕ ਹੈ। ਪਰ ਨਿਰਾ ਪੂਰਾ ਵਿਖਾਵਾ ਨਹੀਂ। ਤਾਂ ਸ਼ੋਭਾ ਹੋਵੇਗੀ, ਤਾਂ ਇੱਜ਼ਤ ਹੋਵੇਗੀ ਜੇ ਅੰਦਰ ਜੀਵਨ ਜਿਹੜਾ ਹੈ ਉਹ ਗੁਰੂ ਵਾਲਾ ਹੋਵੇਗਾ, ਗੁਰੂ ਦੀ ਦੱਸੀ ਮਰਿਆਦਾ ਵਾਲਾ ਹੋਵੇਗਾ, ਰਹਿਤ ਵਾਲਾ ਹੋਵੇਗਾ। ਮਹਾਰਾਜ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਕਹਿੰਦੇ ਨੇ ਕਿ ਤੇਰਾ ਜਿਹੜਾ ਦਾਸ ਹੈ, ਤੇਰਾ ਜਿਹੜਾ ਸੇਵਕ ਹੈ, ਉਹਦੇ ਵਾਸਤੇ ਤੇਰਾ ਨਾਮ ਵਡਿਆਈ ਹੈ। ਲੋਕ ਪਰਲੋਕ ਦੇ ਵਿੱਚ ਨਾਮ ਦੇ ਆਸਰੇ ਹੀ ਸੇਵਕ ਰਹਿੰਦੇ ਹਨ, ਉਹ ਕੋਈ ਹੋਰ ਆਸਰਾ ਨਹੀਂ ਪਾਲਦੇ। ਉਹਨਾਂ ਦਾ ਜੀਵਨ ਨਾਮ ਦੇ ਨਾਲ ਹੀ, ਗੁਰੂ ਦੀ ਦੱਸੀ ਹੋਈ ਮਰਿਆਦਾ ਦੇ ਨਾਲ ਹੀ ਹੈ। ਮਹਾਰਾਜ ਨੇ ਕਿਹਾ, ਰਵਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਦ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕਛੂ ਨਾ ਬੂਝੇ, ਬਖਸ਼ ਲਿਓ ਤੋ ਨਾਨਕ ਸੀਜੇ। ਇਹ ਬਰਕਤਾਂ ਨੇ ਉਹਦੀਆਂ। ਬੈਠੀਆਂ ਬਿਠਾਇਆਂ ਦੇ ਮੂੰਹ ਦੇ ਵਿੱਚ ਉਹਨੇ ਡਿਊਟੀਆਂ ਲਾ ਦਿੱਤੀਆਂ, ਮੂੰਹ ਦੇ ਵਿੱਚ ਬੈਠਿਆਂ ਬਿਠਾਇਆਂ ਨੂੰ ਹੀ ਪਾਉਂਦੇ ਨੇ। ਬੜਾ ਦਿਲ ਦੁਖਦਾ ਹੈ ਜਦੋਂ ਕੋਈ ਇਸ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਹੈ। ਕੱਲ੍ਹ ਪਰਸੋਂ ਦੀ ਇੱਕ ਵੀਡੀਓ ਦੇਖ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਪਰ, ਹੱਦ ਹੋ ਗਈ ਹੈ। ਇੱਕ ਐਡਵੋਕੇਟ ਹੋਵੇ, ਇੱਕ ਐਡਾ ਵੱਡਾ ਸਮਾਜ ਦੇ ਵਿੱਚ ਇੱਕ ਅਹੁਦਾ ਹੈ, ਉਹ ਬੰਦਾ ਆਪਣੀ ਮਾਂ ਨੂੰ ਕੁੱਟ ਰਿਹਾ ਹੈ, ਮਾਰ ਰਿਹਾ ਹੈ, ਉਹਦੀ ਘਰਵਾਲੀ ਮਾਰ ਰਹੀ ਹੈ, ਉਹਦਾ ਪੋਤਰਾ ਮਾਰ ਰਿਹਾ ਹੈ। ਇਸ ਨਾਲੋਂ ਵੱਡਾ ਪਾਪ ਕੋਈ ਨਹੀਂ ਜੇ ਦੁਨੀਆ ਦੇ ਅੰਦਰ, ਇਸ ਨਾਲੋਂ ਵੱਡਾ ਪਾਪ ਕੋਈ ਨਹੀਂ ਹੈ। ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜਰਾ ਯਾਦ ਚੇਤੇ ਰੱਖ ਕਿ ਮਾਲਕ ਨੇ ਤੇਰਾ ਜੀਵਨ ਕਿਹੋ ਜਿਹਾ ਬਣਾ ਦਿੱਤਾ, ਕੀ ਤੂੰ ਸੀ, ਕਿ ਤੇਰਾ ਮੂਲ ਕੀ ਸੀ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਨਨੇ ਤੈਨੂੰ ਸਾਜਿਆ, ਸਵਾਰਿਆ, ਸ਼ਿੰਗਾਰਿਆ, ਸੋਹਣਾ ਜੀਵਨ ਬਣਾਇਆ, ਤੈਨੂੰ ਸਭ ਕੁਛ ਦਿੱਤਾ।
ਗਰਭ ਅਗਨ ਮੈਂ ਜਿਨੇ ਉਭਾਰਿਆ, ਜਠਰ ਅਗਨੀ ਦੇ ਵਿੱਚੋਂ ਤੈਨੂੰ ਬਚਾਇਆ, ਭਿਆਨਕ ਅਗਨੀ ਦੇ ਵਿੱਚੋਂ ਤੈਨੂੰ ਬਚਾਇਆ। ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਜਦੋਂ ਮੂੰਹ 'ਚ ਦੰਦ ਨਹੀਂ ਸੀ, ਬਾਰ ਵਿਵਸਥਾ, ਉਦੋਂ ਤੈਨੂੰ ਦੁੱਧ ਦੇ ਦਿੱਤਾ। ਮਾਂ ਦੀ ਡਿਊਟੀ ਲਾ ਦਿੱਤੀ ਤੈਨੂੰ ਦੁੱਧ ਵਾਸਤੇ, ਭੋਜਨ ਵਾਸਤੇ, ਜਨਮ ਦੇਣ ਵਾਸਤੇ। ਉਹ ਮਾਧਿਅਮ ਜਿਹੜਾ ਹੈ ਉਹ ਮਾਂ ਹੈ, ਇੱਕ ਰੱਬ ਹੈ, ਇੱਕ ਪਰਮਾਤਮਾ ਹੈ ਦੁਨੀਆ ਦੇ ਅੰਦਰ ਜਿਉਂਦਾ ਜਾਗਦਾ। ਦੂਸਰਾ ਰੱਬ ਮਾਂ ਹੈ। ਪਰਮਾਤਮਾ ਨੇ ਇਹ ਬਣਾਏ ਨੇ, ਇਹ ਸਾਜੇ ਨੇ। ਪਰ ਜੋਬਨ ਭੋਜਨ ਸੁਖ ਸੂਦ, ਜਦੋਂ ਜਵਾਨੀ ਭਰ ਜਵਾਨੀ ਦੇ ਵਿੱਚ ਜੀਵਨ ਦੇ ਵਿੱਚ ਭੋਗਣ ਵਾਲੇ ਪਦਾਰਥ ਵਸਤੂਆਂ ਦੇ ਦਿੱਤੀਆਂ, ਬਖਸ਼ ਦਿੱਤੀਆਂ। ਇਹ ਸਭ ਕੁਛ ਮਾਣਿਆ, ਭੋਗਿਆ, ਜਵਾਨ ਹੋਇਆ। ਹੁਣ ਤੇਰੀ ਡਿਊਟੀ ਹੈ, ਜਿਸ ਨੇ ਤੈਨੂੰ ਗਿੱਲੀ ਤੋਂ ਸੁੱਕੀ ਥਾਂ ਦੇ ਉੱਪਰ ਪਾਇਆ, ਜਿਸ ਮਾਂ ਨੇ, ਪਿਤਾ ਨੇ ਤੇਰੀ ਹਰ ਗੱਲ ਦਾ ਖਿਆਲ ਰੱਖਿਆ, ਵਾਹਿਗੁਰੂ ਪਰਮਾਤਮਾ ਨੇ ਉਹਨਾਂ ਦੀ ਉਸ ਸਮੇਂ ਡਿਊਟੀ ਲਾਈ ਸੀ ਤੇਰਾ ਪਾਲਣ ਪੋਸ਼ਣ ਕਰਨ ਦੀ, ਤੈਨੂੰ ਸੰਭਾਲਣ ਦੀ। ਹੁਣ ਤੇਰੀ ਡਿਊਟੀ ਹੈ ਬਜ਼ੁਰਗੀ ਦੇ ਵਿੱਚ ਉਹਨਾਂ ਨੂੰ ਸੰਭਾਲਣ ਦੀ। ਮਹਾਰਾਜ ਕਹਿੰਦੇ ਨੇ ਬੈਠੇ ਬਿਠਾਏ ਨੇ, ਮੁਖ ਅਪਿਆਓ ਬੈਠ ਕੋ ਦੇਣ। ਇਹ ਉਹਦੇ ਗੁਣ ਨੇ, ਇਹ ਉਹਦੀਆਂ ਵਡਿਆਈਆਂ। ਵੱਖਰੀ ਗੱਲ ਹੈ ਕਿ ਕੋਈ ਪਾਪਤ ਸਖਤ ਪੁਰਖ ਜਿਹੜਾ ਹੈ, ਵਿਕਾਰਾਂ ਵਾਲੇ ਰਾਹ ਦੇ ਉੱਪਰ ਚੱਲਿਆ ਹੈ, ਜਿਸ ਨੂੰ ਆਤਮਿਕ ਜੀਵਨ ਦੀ ਸੋਝੀ ਨਹੀਂ ਹੈ, ਉਹ ਇਹਨਾਂ ਗੱਲਾਂ ਤੋਂ ਮੂੰਹ ਮੋੜ ਲੈਂਦਾ ਹੈ ਔਰ ਨਰਕਗਾਮੀ ਹੋ ਜਾਂਦਾ ਹੈ, ਵਿਸ਼ਈ ਹੋ ਜਾਂਦਾ ਹੈ। ਜਦੋਂ ਅੱਜ ਦਾ ਸ਼ਬਦ ਜਿਹੜਾ ਹੈ ਨਾ, ਇਹਦੇ ਵਿੱਚ ਵਿਖੇ ਰਾਜ ਦੀ ਗੱਲ ਕੀਤੀ ਹੈ ਮਹਾਰਾਜ ਨੇ। ਵਿਖੇ ਰਾਜ ਦਾ ਮਤਲਬ ਹੈ ਵਿਸ਼ਿਆਂ ਦਾ ਰਾਜ, ਵਿਕਾਰੀ ਰਾਜ। ਵਿਕਾਰੀ ਰਾਜ ਦਾ ਮਤਲਬ ਜਿਹਦਾ ਰਾਜ ਹੁੰਦਾ ਹੈ, ਉਹਦੀ ਤਾਕਤ ਹੁੰਦੀ ਹੈ, ਉਹਦਾ ਹੁਕਮ ਚੱਲਦਾ ਹੈ। ਭਾਵ ਵਿਕਾਰਾਂ ਦੀ ਪ੍ਰਬਲਤਾ, ਵਿਕਾਰਾਂ ਦਾ ਜ਼ੋਰ ਜਿੱਥੇ ਇਹ ਪੈ ਜਾਂਦਾ ਹੈ, ਉੱਥੇ ਫਿਰ ਧਰਮ ਨਹੀਂ ਹੋ ਸਕਦਾ, ਉੱਥੇ ਅਧਰਮ ਹੀ ਹੋਵੇਗਾ, ਉੱਥੇ ਪਾਪ ਹੀ ਹੋਵੇਗਾ। ਜਿੱਥੇ ਵਿਸ਼ੇ ਤੇ ਵਿਕਾਰ ਜਿਹੜੇ ਨੇ ਉਹ ਜੀਵਨ ਦੇ ਵਿੱਚ ਜ਼ੋਰ ਪਾ ਦੇਣ, ਮਨ ਨੂੰ, ਮਨੁੱਖ ਨੂੰ ਦਬਾ ਲੈਣ, ਉੱਥੇ ਪਾਪ ਹੁੰਦਾ ਹੈ। ਫਿਰ ਉੱਥੇ ਧਰਮ ਦੀ ਆਸ ਨਹੀਂ ਕੀਤੀ ਜਾ ਸਕਦੀ। ਤੇ ਪਾਤਸ਼ਾਹ ਕਹਿੰਦੇ ਨੇ ਇਹ ਨਿਰਗੁਣ ਗੁਣ ਕਛੂ ਨਾ ਬੋਝੇ। ਇਹਦੇ ਮਾਲਕ ਦੀਆਂ ਏਡੀਆਂ ਵਡਿਆਈਆਂ ਨੇ, ਇੰਨੇ ਗੁਣ ਨੇ, ਇਹਨੇ ਗੁਣਾ ਬੰਦਾ ਉਹਦੇ ਗੁਣਾਂ ਦੀ ਸਾਰ ਨਹੀਂ ਜਾਣਦਾ। ਤੇ ਪਾਤਸ਼ਾਹ ਕਹਿੰਦੇ ਨੇ ਬਖਸ਼ ਲਿਓ, ਹੇ ਵਾਹਿਗੁਰੂ ਤੁਸੀਂ ਬਖਸ਼ ਲਿਓ। ਤੁਸੀਂ ਤਉ ਨਾਨਕ ਸਿੱਝੇ, ਤਾਂ ਹੀ ਸਿੱਝ ਸਕਦਾ ਹੈ, ਤਾਂ ਹੀ ਸਮਝ ਸਕਦਾ ਹੈ ਕੋਈ, ਤਾਂ ਹੀ ਸਿਆਣਪ ਕੋਈ ਨਾਮ ਵਾਲੀ, ਸਿਮਰਨ ਵਾਲੀ, ਵਾਹਿਗੁਰੂ ਨੂੰ ਚੇਤੇ ਕਰਨ ਵਾਲੀ, ਕੋਈ ਸ਼ੁਭ ਗੁਣਾਂ ਵਾਲੀ ਆ ਸਕਦੀ ਹੈ। ਨਹੀਂ ਤੇ ਬੰਦਾ ਵਿਕਾਰਾਂ ਦੇ ਵਿੱਚ ਹੀ ਗ੍ਰਸਿਆ ਰਹਿੰਦਾ ਹੈ। ਜਿਹਨੂੰ ਸੋਝੀ ਆ ਗਈ ਉਹ ਇੱਕ ਛਿਣ ਵੀ ਉਸ ਪਰਮਾਤਮਾ ਨੂੰ ਨਹੀਂ ਭੁਲਾਉਂਦਾ, ਉਸ ਮਾਲਕ ਨੂੰ ਵਿਸਾਰਦਾ ਨਹੀਂ ਹੈ, ਸਦਾ ਚੇਤੇ ਰੱਖਦਾ ਹੈ। ਪਾਤਸ਼ਾਹ ਕਹਿੰਦੇ ਨੇ ਤੇਰੇ ਦਾਸ ਦੇ ਵਾਸਤੇ ਨਾਮ ਸਿਮਰਨਾ, ਨਾਮ ਜਪਣਾ ਇਹ ਵਡਿਆਈ ਹੈ, ਇਹ ਦਾਤ ਹੈ, ਇਹ ਸ਼ੋਭਾ ਹੈ, ਇਹ ਲੋਕ ਪ੍ਰਲੋਕ ਦੀ ਵਡਿਆਈ ਹੈ। ਪਰ ਜਿਹੜਾ ਨਾਮ ਤੋਂ ਖੁੰਝ ਜਾਂਦਾ ਹੈ, ਮਾਇਆ ਦੇ ਵਿੱਚ ਗ੍ਰਸਤ ਹੋ ਜਾਂਦਾ ਹੈ, ਵਿਸ਼ਿਆਂ ਵਿਕਾਰਾਂ ਦੇ ਵਿੱਚ ਪੈ ਕਰਕੇ ਆਤਮਿਕ ਜੀਵਨ ਗਵਾ ਬੈਠਦਾ ਹੈ, ਮਾਇਆ ਮਗਨ ਨਰਕ ਲੈ ਜਾਈ, ਮਾਇਆ ਦੇ ਵਿੱਚ ਮਗਨ ਹੋ ਜਾਂਦਾ ਹੈ। ਇਹ ਜਿਹੜੀ ਮਗਨਤਾ ਹੈ, ਨਰਕ ਲੈ ਜਾਈ, ਇਹ ਮਸਤੀ ਜਿਹੜੀ ਹੈ, ਮਗਨ ਦਾ ਮਤਲਬ ਮਸਤ ਹੋ ਜਾਣਾ, ਸਭ ਕੁਝ ਭੁੱਲ ਭੁਲਾ ਜਾਣਾ, ਉਹਦੇ ਕੀਤੇ ਉਪਕਾਰਾਂ ਨੂੰ, ਉਸ ਦੀ ਬਖਸ਼ਿਸ਼ ਨੂੰ, ਉਸ ਮਾਲਕ ਨੇ ਕੀ ਬਖਸ਼ਿਸ਼ਾਂ ਕੀਤੀਆਂ, ਕੀ ਉਪਕਾਰ ਕੀਤੇ ਬੰਦੇ ਦੇ ਉੱਪਰ, ਜਦੋਂ ਉਹ ਭੁੱਲ ਜਾਂਦਾ ਹੈ, ਵਿਸਾਰ ਦਿੰਦਾ ਹੈ, ਤਾਂ ਇਹ ਜਿਹੜੀ ਮਸਤੀ, ਇਹ ਮਾਇਆ ਦੀ ਮਸਤੀ, ਨਸ਼ਿਆਂ 'ਚ ਪੈ ਗਿਆ, ਵਿਕਾਰੀ ਜੀਵਨ, ਭੋਗੀ ਜੀਵਨ ਬਣ ਗਿਆ, ਪਰਾਈ ਇਸਤਰੀ, ਪਰਾਏ ਰੂਪ ਦੇ ਉੱਪਰ ਮਸਤ ਹੋ ਗਿਆ। ਮਸਤੀ ਕੀ ਹੈ ਹੋਰ? ਇਹਨਾਂ ਚੀਜ਼ਾਂ ਦੇ ਵਿੱਚ ਹੀ ਬੰਦਾ ਮਸਤ ਰਹਿੰਦਾ ਹੈ, ਪਰਮਾਤਮਾ ਨੂੰ ਭੁੱਲ ਕਰਕੇ। ਧਨ ਦੌਲਤ ਦੀ ਲਲਕ ਜਿਹੜੀ ਹੈ ਉਹ ਅੰਦਰ ਲੱਗੀ ਰਹਿੰਦੀ ਹੈ ਹਰ ਵੇਲੇ, ਦਿਨ ਰਾਤ ਬਸ ਕਮਾਉਣ ਦਾ ਹੀ,
ਖੱਟਣ ਦਾ ਹੀ ਜਾਇਜ਼ ਨਾਜਾਇਜ਼ ਢੰਗ ਤਰੀਕਿਆਂ ਦੇ ਨਾਲ ਉਹਦੇ ਵਿੱਚ ਹੀ ਮਸਤ ਰਹਿੰਦਾ ਹੈ। ਮਹਾਰਾਜ ਕਹਿੰਦੇ ਨੇ ਕਿ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਭੂਲੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿੱਤ ਲਾਇਆ। ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ। ਮਸਤ ਹੋ ਗਿਆ ਨਾ, ਤੇ ਮਸਤੀ ਦੇ ਵਿੱਚ ਧੰਦਾ ਕਰਦਿਆਂ ਹੀ ਬਸ ਧੰਦਾ ਹੀ ਕੀਤਾ, ਤੇ ਧੰਦਾ ਕਰਦਿਆਂ ਮਾਇਆ ਦੀ ਮਸਤੀ ਵਿੱਚ ਮਗਨਤਾ ਦੇ ਵਿੱਚ ਨਿਹਫਲ ਜਨਮ ਗਵਾਇਆ। ਆਪਣਾ ਜਨਮ ਨਿਸਫਲਾ ਹੀ ਗਵਾ ਲਿਆ, ਵਿਅਰਥ ਗਵਾ ਲਿਆ। ਇਹ ਜਿਹੜਾ ਮਾਇਆ ਦੀ ਮਗਨਤਾ ਹੈ, ਮਾਇਆ ਮਗਨ ਨਰਕ ਲੈ ਜਾਈ, ਇਹ ਨਰਕਾਂ ਦੇ ਵਿੱਚ ਲੈ ਜਾਂਦੀ ਹੈ। ਇਹ ਮਗਨਤਾ, ਇਹ ਮਸਤੀ ਜਿਹੜੀ ਹੈ ਬੰਦੇ ਨੂੰ, ਇਹ ਕਿਸੇ ਚੰਗੇ ਪਾਸੇ ਨਹੀਂ ਲੈ ਜਾਂਦੀ, ਵਡਿਆਈ ਵਾਲੇ ਪਾਸੇ ਨਹੀਂ ਲੈ ਜਾਂਦੀ। ਵਿਸ਼ਿਆਂ ਵਿਕਾਰਾਂ ਦੀ ਪ੍ਰਬਲਤਾ, ਵਿਕਾਰੀ ਜੀਵਨ ਜਿਹੜਾ ਹੈ ਇਹ ਮਨੁੱਖ ਨੂੰ ਰਸਾਤਲ ਵੱਲ ਲੈ ਜਾਂਦਾ ਹੈ। ਤਪੋਂ ਰਾਜ ਤੇ ਰਾਜੋਂ ਨਰਕ। ਤਪ ਕਰਕੇ, ਸੇਵਾ ਕਰਕੇ, ਸਿਮਰਨ ਕਰਕੇ ਇਹ ਵਡਿਆਈਆਂ ਮਿਲਦੀਆਂ ਨੇ, ਸੰਸਾਰੀ ਹੋਣ, ਆਤਮਿਕ ਹੋਣ। ਪਰ ਜਦੋਂ ਬੰਦਾ ਵਿਕਾਰ ਕਰਨ ਲੱਗ ਪੈਂਦਾ ਹੈ, ਜਦੋਂ ਮਾੜੇ ਕੰਮ ਕਰਨ ਲੱਗ ਪੈਂਦਾ ਹੈ, ਜਦੋਂ ਚੰਗਾ ਰਾਹ ਜਿਹੜਾ ਹੈ ਉਹ ਛੱਡ ਦਿੰਦਾ ਹੈ, ਮਾੜੇ ਰਾਹ ਦੇ ਉੱਪਰ ਤੁਰ ਪੈਂਦਾ ਹੈ, ਠੱਗੀ, ਠੋਰੀ, ਛਲ, ਫਰੇਬ, ਧੋਖਾ ਧੜੀ, ਚੋਰੀਆਂ, ਚਕਾਰੀਆਂ, ਇਹਨਾਂ ਰਾਹਾਂ ਤੇ ਤੁਰ ਪੈਂਦਾ ਹੈ, ਤੇ ਇਹ ਰਾਹ ਜਿਹੜੇ ਨੇ ਇਹ ਸਵਰਗਾਂ ਨੂੰ ਲਿਜਾਣ ਵਾਲੇ ਨੇ, ਇਹ ਨਰਕਾਂ ਨੂੰ ਲਿਜਾਣ ਵਾਲੇ ਨੇ। ਸਮਝ ਲਓ ਕਿ ਇਹਨਾਂ ਕੰਮਾਂ ਦੇ ਵਿੱਚ ਪਿਆ ਹੋਇਆ ਬੰਦਾ ਨਰਕ ਹੀ ਭੋਗ ਰਿਹਾ ਹੈ, ਇਹ ਨਰਕ ਨੂੰ ਲਿਜਾਣ ਵਾਲੇ ਨੇ। ਤੇ ਪਾਤਸ਼ਾਹ ਕਹਿੰਦੇ ਨੇ ਇਸ ਵਾਸਤੇ ਇਹ ਸੁਚੇਤ ਕੀਤਾ ਹੈ। ਤੇ ਪਹਿਲੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਨੇ, ਬਿਖੈ ਰਾਜ ਤੇ ਅੰਧੁਲਾ ਭਾਰੀ, ਦੁੱਖ ਲਾਗੈ RAM ਨਾਮ ਚਿਤਾਰੀ। ਬਿਖੇ ਰਾਜ ਤੇ ਅੰਧਲਾ ਭਾਰੀ, ਵਿਸ਼ਿਆਂ ਵਿਕਾਰਾਂ ਦੀ ਪ੍ਰਬਲਤਾ ਦੇ ਕਾਰਨ ਵਿਕਾਰੀ ਜੀਵਨ ਬਣ ਜਾਂਦਾ ਹੈ। ਜਿਸ ਬੰਦੇ ਦਾ ਵਿਕਾਰੀ ਜੀਵਨ ਬਣ ਜਾਂਦਾ ਹੈ ਨਾ, ਉਹ ਭਾਰੀ ਅੰਨਾ ਬਣ ਜਾਂਦਾ ਹੈ, ਅੰਧਲਾ ਭਾਰੀ। ਉਹਨੂੰ ਫਿਰ ਸੁਣਾਈ ਨਹੀਂ ਦਿੰਦਾ, ਉਹਨੂੰ ਫਿਰ ਜਿਹੜਾ ਮਾਇਆ ਦੇ ਵਿੱਚ ਮਸਤ ਹੈ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ। ਉਹਦੇ ਅੰਦਰ ਐਸਾ ਰੋਲ ਘਚੋਲਾ ਮਚਿਆ ਰਹਿੰਦਾ ਹੈ, ਉਹਨੂੰ ਚੰਗੀ ਗੱਲ ਸੁਣਾਈ ਨਹੀਂ ਦਿੰਦੀ ਕੋਈ, ਉਹਦੇ ਭਲੇ ਵਾਲੀ ਗੱਲ ਕਰੇ ਵੀ ਨਾ, ਉਹ ਵੀ ਧਿਆਨ ਨਹੀਂ ਦਿੰਦਾ ਉਹਦੇ ਵੱਲ, ਉਹ ਉਸ ਵੱਲ ਨਹੀਂ ਜਾਂਦਾ। ਮਸਤੀ ਜਿਹੜੀ ਹੈ, ਮਗਨਤਾ ਜਿਹੜੀ ਹੈ, ਇਹ ਜਿਹੜਾ ਮੱਤਿਆ ਹੋਇਆ ਬੰਦਾ ਹੈ, ਜਿੱਥੇ ਵਿਖਿਆ ਪ੍ਰਬਲ ਹੋ ਗਈ, ਜਿੱਥੇ ਵਿਕਾਰ, ਜਿੱਥੇ ਮਾਇਆ ਨੇ ਜ਼ੋਰ ਪਾ ਦਿੱਤਾ, ਵਿਖੇ ਰਾਜ ਤੇ ਅੰਧਲਾ ਭਾਰੀ, ਉਹ ਫਿਰ ਮਾਇਆ ਦੀ ਮਸਤੀ ਦੇ ਵਿੱਚ, ਮਗਨਤਾ ਦੇ ਵਿੱਚ ਪਾਪ ਕਰਮ ਕਰਦਾ। ਉਹਨੂੰ ਨਹੀਂ ਆਲੇ ਦੁਆਲੇ ਦਾ ਪਤਾ, ਉਹਨੂੰ ਨਹੀਂ ਕੋਈ ਵੀ ਸਮਝ ਆਉਂਦੀ, ਸੋਝੀ ਆਉਂਦੀ ਬਈ ਮੈਂ ਇਸ ਕੰਮ ਦੇ ਵਿੱਚ ਨਾ ਪਾਵਾਂ, ਇਹ ਮੈਨੂੰ ਨਰਕਾਂ ਵੱਲ ਲਿਜਾਣ ਵਾਲੇ ਨੇ। ਪਰ ਪਾਤਸ਼ਾਹ ਕਹਿੰਦੇ ਨੇ, ਜਦੋਂ ਵਿਸ਼ਿਆਂ ਵਿਕਾਰਾਂ ਦੇ ਭੋਗ ਦੇ ਨਾਲ ਦੁੱਖ ਲੱਗਦਾ ਹੈ, ਹੁਣ ਸੁੱਖ ਤੇ ਕੋਈ ਮਿਲਣਾ ਕੋਈ ਨਹੀਂ, ਉਹ ਘੜੀ ਪਲ ਦਾ ਹੀ ਸੁੱਖ ਹੁੰਦਾ ਹੈ। ਇੱਕ ਪੰਕਤੀ ਹੈ, ਮਹਾਰਾਜ ਕਹਿੰਦੇ ਨੇ, ਵਿਕਾਰੀ ਬੰਦਾ ਜਦੋਂ ਵਿਕਾਰ ਕਰਦਾ ਹੈ, ਏਕ ਨਿਮਖ ਕਾਮ ਸਵਾਦ ਕਾਰਨੇ ਕੋਟ ਦਿਨਸ ਦੁੱਖ ਪਾਵੇ। ਹੈ ਤੇ ਨਿਮਖ ਮਾਤਰ ਹੁੰਦਾ ਹੈ, ਨਿਮੇਸ਼ ਮਾਤਰ ਹੁੰਦਾ ਹੈ ਸੁੱਖ। ਨਿਮਖ ਕਾਮ ਸਵਾਦ ਕਾਰਨੇ ਪਰਾਈਆਂ ਇਸਤਰੀਆਂ ਦੇ ਮਗਰ। ਆ ਤੁਸੀਂ ਵੇਖੋ ਨਾ, ਕਿੱਥੇ ਲੈ ਗਏ ਉਹਨਾਂ ਬੰਦਿਆਂ ਨੂੰ। ਕੋਈ ਗੱਦੀ ਲਾ ਕੇ ਬੈਠਾ ਸੀ, ਕੋਈ ਧਰਮ ਦਾ ਆਗੂ ਬਣ ਕੇ ਬੈਠਾ ਸੀ, ਕੋਈ ਗੁਰੂ ਬਣ ਕੇ ਬੈਠਾ ਸੀ। ਮਾਇਆ ਨੇ ਜ਼ੋਰ ਪਾਇਆ, ਵਿਸ਼ਿਆਂ ਵਿਕਾਰਾਂ ਨੇ ਜ਼ੋਰ ਪਾਇਆ। ਜਦੋਂ ਧਿਆਨ ਖੁੰਝ ਗਿਆ ਆਤਮਿਕ ਜੀਵਨ ਵੱਲੋਂ, ਨਾਮ ਵੱਲੋਂ, ਸੁਚੇਤਤਾ ਨਾ ਰਹੀ, ਅਚੇਤਤਾ ਦੇ ਵਿੱਚ ਵਿਕਾਰ ਕਰ ਲਏ,
ਪਰ ਇਸਤਰੀ ਪਰ ਪੁਰਖ ਗਮਨ ਕਰ ਲਏ ਤੇ ਬਣਿਆ ਕੀ ਫਿਰ? ਮੈਂ ਥੋੜ੍ਹੇ ਦਿਨ ਹੋ ਗਏ ਨੇ ਪੱਗ ਲਾ ਕੇ ਕਿਸੇ ਦੇ ਪੈਰਾਂ ਤੇ ਰੱਖਦਾ ਵੇਖਿਆ ਬੰਦਾ, ਹੱਦ ਹੋ ਗਈ। ਕੋਈ ਗੁਰੂ ਬਣ ਕੇ, ਕੋਈ ਸਵਾਮੀ ਬਣ ਕੇ, ਕੋਈ ਸਤਿਗੁਰੂ ਬਣ ਕੇ, ਐਡੇ ਐਡੇ ਲਕਫ ਤੇ ਨਾਵਾਂ ਦੇ ਨਾਲ, ਕੋਈ ਪਿਓ ਬਣ ਕੇ, ਪਿਤਾ ਬਣ ਕੇ, ਤੇ ਕੰਮ ਕੀ? ਜੇਲ੍ਹਾਂ ਦੇ ਵਿੱਚ ਕਈ ਬੈਠੇ ਨੇ ਤੇ ਕਈ ਸਮਾਜ ਦੀਆਂ ਜਿਹੜੀਆਂ ਨੇ ਲਾਹਨਤਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਪੈ ਰਹੀਆਂ ਨੇ। ਇਹਨੂੰ ਸੁੱਖ ਨਹੀਂ ਕਹਿੰਦੇ, ਇਹ ਦੁੱਖ ਹੈ। ਜਿਹੜਾ ਬੰਦਾ ਵਿਕਾਰਾਂ ਦੇ ਵਿੱਚ ਪੈ ਜਾਂਦਾ ਹੈ, ਗ੍ਰਸ ਜਾਂਦਾ ਹੈ, ਜਿੱਥੇ ਜ਼ੋਰ ਪਾ ਦਿੰਦੀ ਹੈ ਮਾਇਆ, ਦੁੱਖ ਲਾਗੈ RAM ਨਾਮ ਚਿਤਾਰੀ। ਫਿਰ ਜਦੋਂ ਦੁੱਖ ਲੱਗਦਾ ਹੈ, ਡੰਡਾ ਪੈਂਦਾ ਹੈ, ਜਮ ਕਾ ਡੰਡ ਮੂੰਡ ਮੈਂ ਲਾਗੇ। ਜਦੋਂ ਜਮਾਂ ਦਾ ਡੰਡਾ ਪੈਂਦਾ ਉਦੋਂ ਹੋਸ਼ ਆਉਂਦੀ ਹੈ। ਜਦੋਂ ਦੁੱਖ ਆਉਂਦੇ ਨੇ ਫਿਰ ਚੇਤੇ ਕਰਦਾ ਹੈ। ਚਿਤਾਰੀ ਦਾ ਮਤਲਬ ਚੇਤੇ ਕਰਨਾ, ਫਿਰ ਪ੍ਰਮਾਤਮਾ ਨੂੰ ਚੇਤੇ ਕਰਦਾ ਹੈ। ਵਿਕਾਰੀ ਬੰਦੇ ਦਾ ਇਹ ਕਰਮ ਹੈ। ਰੱਬ ਦਾ ਪਿਆਰਾ ਤੇ ਹਰ ਵੇਲੇ ਉਹਨੂੰ ਦੁੱਖਾਂ ਸੁੱਖਾਂ ਦੇ ਵਿੱਚ, ਹਰ ਸਮੇਂ ਦੇ ਵਿੱਚ ਸੰਸਾਰੀ ਜੋ ਵੀ ਆਉਂਦੇ ਹਨ ਉਹਨਾਂ ਦੇ ਵਿੱਚ ਉਸ ਪਰਮਾਤਮਾ ਨੂੰ ਯਾਦ ਰੱਖਦਾ ਹੈ, ਚੇਤੇ ਰੱਖਦਾ ਹੈ। ਜਿਹੜਾ ਸਾਖਤ ਬੰਦਾ ਹੈ, ਸਾਖਤ ਮੂੜ ਪਚੇ ਪ੍ਰਾਣੀ, ਦੁੱਖ ਲੱਗੇ ਤਾਂ ਰਾਮ ਧਿਆਈ ਹੈ। ਸਾਖਤ ਬੰਦਾ ਜਿਹੜਾ ਹੈ, ਰੱਬ ਨਾਲੋਂ ਟੁੱਟਿਆ ਬੰਦਾ ਹੈ, ਉਹਨੂੰ ਜਦੋਂ ਦੁੱਖ ਲੱਗਦਾ ਹੈ ਉਦੋਂ ਉਹ ਵਾਹਿਗੁਰੂ ਨੂੰ ਧਿਆਉਂਦਾ ਹੈ, ਉਦੋਂ ਰੱਬ ਚੇਤੇ ਆਉਂਦਾ ਹੈ। ਵਿਕਾਰਾਂ ਦੇ ਵਿੱਚ, ਵਿਸ਼ਿਆਂ ਦੇ ਵਿੱਚ, ਭੋਗਾਂ ਦੇ ਵਿੱਚ, ਉਸ ਮਸਤੀ ਵਿੱਚ, ਉਸ ਹਉਮੈ ਵਿੱਚ, ਉਸ ਅਹੰਕਾਰ ਦੇ ਵਿੱਚ ਰੱਬ ਨਹੀਂ ਚੇਤੇ ਆਉਂਦਾ। ਜਦੋਂ ਉਹ ਪਾਪ ਕਰ ਰਿਹਾ ਹੁੰਦਾ ਹੈ ਫਿਰ ਨਹੀਂ ਚੇਤੇ ਕਰਦਾ। ਜਦੋਂ ਉਹਦਾ ਸਿਲਾ ਮਿਲਦਾ ਹੈ, ਜਦੋਂ ਉਸ ਦਾ ਪ੍ਰਤੀਫਲ ਮਿਲਦਾ ਹੈ ਉਹਦੇ ਕੁਕਰਮਾਂ ਦਾ, ਫਿਰ ਚੇਤੇ ਕਰਦਾ ਹੈ। ਪਾਤਸ਼ਾਹ ਕਹਿੰਦੇ ਨੇ, ਰੋਗ ਗਿਰਸਤ ਚਿਤਾਰੇ ਨਾਉ, ਬਿਖ ਮਾਤੇ ਕੋ ਕਾਠੌਰ ਨਾ ਠਾਓ। ਰੋਗ ਦੇ ਵਿੱਚ ਗ੍ਰਸਿਆ ਹੋਇਆ, ਵਿਸ਼ਿਆਂ ਵਿਕਾਰ ਰੋਗ ਕੀ ਨੇ? ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਅਹੰਕਾਰ ਦਾ, ਹਉਮੈ ਦਾ। ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਗਲ ਬਸ ਕੀਨਾ। ਜੋ ਜੋ ਦਿਸੇ ਸੋ ਸੋ ਰੋਗੀ। ਜਿੱਧਰ ਮਰਜ਼ੀ ਵੇਖ ਲਓ, ਕੋਈ ਨਾ ਕੋਈ ਰੋਗ ਜਿਹੜਾ ਹੈ ਹੋਏਗਾ। ਹਰੇਕ ਰੋਗੀ, ਪਾਤਸ਼ਾਹ ਕਹਿੰਦੇ ਨੇ, ਸੰਸਾਰ ਦੀ ਤਸਵੀਰ ਹੈ ਇਹ ਬਾਣੀ ਦੇ ਵਿੱਚ। ਇਹ ਦੁਨੀਆ ਦੀ ਤਸਵੀਰ ਹੈ ਕਿ ਜੋ ਜੋ ਦਿਸੇ ਸੋ ਸੋ ਰੋਗੀ। ਜਿਹਦੇ ਵੱਲ ਮਰਜ਼ੀ ਤੱਕ ਲਓ, ਜਿਹਦੇ ਵੱਲ ਮਰਜ਼ੀ ਵੇਖ ਲਓ, ਰੋਗੀ ਹੀ ਹੈ। ਕੋਈ ਨਾ ਕੋਈ ਰੋਗ ਉਸ ਨੂੰ ਲੱਗਿਆ ਹੋਇਆ ਹੈ। ਕਿਸੇ ਨੂੰ ਲੋਭ ਦਾ ਰੋਗ ਹੈ, ਕਿਸੇ ਨੂੰ ਰਸਨਾ ਦਾ, ਸਵਾਦ ਦਾ, ਜ਼ੁਬਾਨ ਦਾ ਰੋਗ ਹੈ। ਥਾਂ ਥਾਂ ਤੇ ਜ਼ੁਬਾਨ ਦੇ ਚਸਕਿਆਂ ਦੇ ਵਿੱਚ ਪਿਆ ਹੋਇਆ ਹੈ। ਕਿਸੇ ਨੂੰ ਖਾਣ ਦਾ, ਪੀਣ ਦਾ, ਜ਼ੁਬਾਨ ਦਾ, ਕਿਸੇ ਨੂੰ ਪਹਿਨਣ ਦਾ, ਕਿਸੇ ਨੂੰ ਦੇਖਣ ਦਾ ਰੋਗ ਹੈ। ਪਰਾਈਆਂ ਇਸਤਰੀਆਂ, ਪਰਾਏ ਰੂਪ, ਪਰਾਏ ਧਨ ਨੂੰ, ਕਿਸੇ ਨੂੰ ਨਿੰਦਾ ਚੁਗਲੀ ਦਾ, ਉਹ ਰਹਿ ਨਹੀਂ ਸਕਦਾ। ਜੋ ਜੋ ਦਿਸੇ ਸੋ ਸੋ ਰੋਗੀ। ਹਜ਼ੂਰ ਕਹਿੰਦੇ ਨੇ, ਜਿਹੜਾ ਵੀ ਦਿਸਦਾ ਹੈ ਰੋਗੀ ਹੀ ਹੈ। ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜੇ ਰੋਗਾਂ ਤੋਂ ਕੋਈ ਰਹਿਤ ਹੈ ਉਹ ਸਤਿਗੁਰੂ ਹੈ। ਨਹੀਂ ਤੇ ਦੁਨੀਆ ਦਾ ਕੋਈ ਬੰਦਾ ਨਹੀਂ ਹੈ ਐਸਾ ਜਿਹੜਾ ਰੋਗੀ ਨਾ ਹੋਵੇ। ਰੋਗਾਂ ਦੇ ਵਿੱਚ ਗ੍ਰਸਿਆ ਹੋਇਆ, ਰੋਗ ਗ੍ਰਸਤ ਚਿਤਾਰੇ ਨਾਉ। ਜਦੋਂ ਬਿਮਾਰੀ ਪੈਂਦੀ ਹੈ, ਜਦੋਂ ਪੀੜ ਹੁੰਦੀ ਹੈ, ਜਦੋਂ ਦੁੱਖ ਲੱਗਦਾ ਹੈ, ਫਿਰ ਚਿਤਾਰੇ ਨਾਉ। ਪਹਿਲਾਂ ਨਹੀਂ ਧਿਆਨ ਰੱਖਦਾ। ਅੱਗੋਂ ਦੇ ਚਿਤੀਏ ਤਾਂ ਕਾਇਤ ਮਿਲੇ ਸਜਾਏ। ਜੇ ਬੰਦਾ ਪਹਿਲਾਂ ਹੀ ਯਾਦ ਰੱਖੇ, ਚੇਤੇ ਰੱਖੇ ਕਿ ਐਸ ਚੀਜ਼ ਦੇ ਨਾਲ ਆਹ ਬਿਮਾਰੀ ਮੈਨੂੰ ਲੱਗ ਜਾਣੀ ਹੈ, ਆਹ ਰੋਗ ਮੈਨੂੰ ਲੱਗ ਜਾਣਾ ਹੈ, ਮੈਂ ਆਹ ਕੰਮ ਨਾ ਕਰਾਂ। ਜਿਵੇਂ ਡਾਕਟਰ ਦਿੰਦੇ ਨੇ ਨਾ, ਸੁਚੇਤ ਕਰਦੇ ਨੇ ਕਿ ਜਿਨ੍ਹਾਂ ਬੰਦਿਆਂ ਨੂੰ ਜਿਸ ਜਿਸ ਚੀਜ਼ ਦੇ ਨਾਲ ਬਿਮਾਰੀਆਂ ਲੱਗੀਆਂ, ਡਾਕਟਰਾਂ ਨੇ ਉਹਨਾਂ ਤੋਂ ਸੁਚੇਤ ਕੀਤਾ, ਸੰਜਮ ਦੱਸੇ। ਹੁਣ ਅਸੀਂ ਸਾਰੇ ਪੜ੍ਹੇ ਲਿਖੇ ਹਾਂ, ਕਿਹੜਾ ਬੰਦਾ ਹੈ ਕੋਈ
ਜਿਹਨੂੰ ਇਸ ਇੰਨੀ ਕੁ ਸੋਝੀ ਨਾ ਹੋਵੇ ਮਿੱਠਾ ਖਾਣ ਦੇ ਨਾਲ ਜਿਹੜਾ ਹੈ ਜ਼ਿਆਦਾ ਮਿੱਠੇ ਦੀ ਬਹੁਤਾਤ ਦੇ ਨਾਲ ਸ਼ੂਗਰ ਰੋਗ ਹੁੰਦਾ ਹੈ, ਜਾਂ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਨੇ। ਸੁਚੇਤਤਾ ਜਿਹੜੀ ਹੈ ਉਹ ਰੱਖੀ ਜਾਵੇ, ਧਿਆਨ ਰੱਖਿਆ ਜਾਏ ਕਿ ਇਹ ਬਿਮਾਰੀਆਂ ਨਾ ਆ ਜਾਣ, ਤਾਂ ਬੰਦਾ ਨਿਰੋਗ ਰਹਿੰਦਾ ਹੈ, ਬਚਿਆ ਰਹਿੰਦਾ ਹੈ। ਗੁਰਬਾਣੀ ਦੇ ਵਿੱਚ ਸੰਜਮ ਦੱਸੇ ਨੇ, ਸੁਚੇਤਤਾ ਦਿੱਤੀ ਹੈ, ਜਗਾਇਆ ਹੈ ਸੁੱਤਿਆਂ ਪਿਆਂ ਨੂੰ। ਪਰ ਉਹਦੇ ਬਾਵਜੂਦ ਵੀ ਕੋਈ ਅਗਰ ਕੁਕਰਮ ਕਰਦਾ ਹੈ, ਉਹਨਾਂ ਦੀ ਪਾਲਣਾ ਨਹੀਂ ਕਰਦਾ, ਤੇ ਫਿਰ ਉਹਨਾਂ ਨੂੰ ਰੋਗਾਂ ਤੋਂ ਦੁੱਖਾਂ ਤੋਂ ਕੋਈ ਬਚਾ ਨਹੀਂ ਸਕਦਾ। ਮਹਾਰਾਜ ਕਹਿੰਦੇ ਨੇ ਇੱਥੇ, ਇਹ ਦੱਸਦੇ ਨੇ ਵੀ ਜਦੋਂ ਰੋਗ ਦੇ ਵਿੱਚ ਗ੍ਰਸਿਆ ਜਾਂਦਾ ਹੈ, ਜਦੋਂ ਡਾਢਾ ਰੋਗ ਲੱਗ ਜਾਂਦਾ ਹੈ, ਬਿਮਾਰੀ ਵੱਧ ਜਾਂਦੀ ਹੈ, ਸਮਾਂ ਰਹਿੰਦੇ ਜੇ ਥੋੜ੍ਹੀ ਬਿਮਾਰੀ ਹੋਵੇ ਨਾ, ਸ਼ੁਰੂਆਤ ਹੋਵੇ, ਉਹਦਾ ਇਲਾਜ ਵੀ ਹੋ ਜਾਂਦੇ ਨੇ, ਜਾਂ ਪਹਿਲਾਂ ਹੀ ਸੁਚੇਤ ਰਵੇ ਤੇ ਲੱਗਦੀ ਹੀ ਨਹੀਂ ਹੈ। ਤੇ ਜੇ ਥੋੜ੍ਹਾ ਬਹੁਤਾ ਮਹਿਸੂਸ ਹੋਣ ਲੱਗੇ ਤੇ ਬੰਦਾ ਪਰਹੇਜ਼ਗਾਰੀ ਦੇ ਵਿੱਚ ਚਲਾ ਜਾ, ਪਰਹੇਜ਼ ਕਰ ਲਵੇ, ਸੰਜਮ ਵਰਤ ਲਵੇ, ਉਹ ਬਚ ਜਾਂਦਾ ਹੈ। ਪਰ ਜੇ ਨਾ ਵਰਤੇ ਤੇ ਫਿਰ ਉਹ ਗ੍ਰਸਤ ਹੋ ਜਾਂਦਾ ਹੈ ਰੋਗ ਦੇ ਵਿੱਚ। ਪਾਤਸ਼ਾਹ ਕਹਿੰਦੇ ਨੇ ਜਦੋਂ ਗ੍ਰਸਤ ਹੋ ਜਾਂਦਾ ਹੈ, ਦੁੱਖ ਲੱਗਦਾ ਹੈ, ਫਿਰ ਚੇਤੇ ਕਰਦਾ ਹੈ, ਚਿਤਾਰੇ ਨਾਉ ਰੋਗ ਗਿਰਸਤ ਚਿਤਾਰੇ ਨਾਉ, ਬਿਖ ਮਾਤੇ ਕਾ ਠੌਰ ਨਾ ਠਾਉ। ਵਿਖਿਆ ਦੇ ਵਿੱਚ ਰੱਤੇ ਹੋਏ ਦਾ, ਮਾਇਆ ਦੇ ਵਿੱਚ ਬਿਖ ਕੀ ਹੈ? ਵਿਸ਼ੇ ਵਿਕਾਰ, ਵਿਸ਼ਿਆਂ ਵਿਕਾਰਾਂ ਦਾ ਭੋਗਣਾ, ਇਹ ਵਿਖੇ ਰਸ ਹੈ, ਇਹ ਬਿਖ ਭੋਗਣਾ ਹੈ। ਮਾਇਆ ਦੇ ਵਿੱਚ ਗ੍ਰਸਤ ਬੰਦਾ ਜਿਹੜਾ ਹੈ, ਕਿਉਂਕਿ ਪਾਤਸ਼ਾਹ ਨੇ ਪਰਿਭਾਸ਼ਾ ਹੀ ਇੱਦਾਂ ਦਿੱਤੀ, ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਰਮ ਕਮਾਏ, ਦੁੱਖ ਸੁਖ ਇਹ ਜਿਉ ਬੰਧ ਹੈ, ਹਉਮੈ ਆਵੇ ਜਾਏ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੇ ਭਾਉ ਦੂਜਾ ਲਾਇਆ। ਮੋਹ ਪੈਦਾ ਹੁੰਦਾ ਹੈ, ਦੂਜੇ ਭਾਉ ਦੇ ਵਿੱਚ ਬੰਦਾ ਲੱਗ ਜਾਂਦਾ ਹੈ। ਬਿਖ ਦੇ ਵਿੱਚ ਰਚਿਆ ਹੋਇਆ, ਗ੍ਰਸਤ ਹੋਇਆ, ਗਲਤਾਨ ਹੋਇਆ ਬੰਦਾ ਜਿਹੜਾ ਹੈ, ਬਿਖ ਮਾਤੇ ਕਾ ਠੌਰ ਨਾ ਠਾਉ, ਉਹਨੂੰ ਕਿਤੇ ਠੌਰ ਟਿਕਾਣਾ ਨਹੀਂ ਮਿਲਦਾ, ਉਹਨੂੰ ਕਿਤੇ ਥਾਂ ਨਹੀਂ ਮਿਲਦੀ, ਉਹਦਾ ਕੋਈ ਟਿਕਾਣਾ ਨਹੀਂ ਹੈ ਜਿਹੜਾ ਵਿਖਿਆ ਦੇ ਵਿੱਚ ਰਤਿਆ ਹੋਇਆ ਹੈ। ਜਿਹੜਾ ਸੁਚੇਤ ਹੋ ਜਾਵੇ, ਜਾਗ ਜਾਵੇ, ਪਰਮਾਤਮਾ ਦੇ ਨਾਮ ਵਿੱਚ ਜੁੜ ਜਾਵੇ, ਵਿਕਾਰਾਂ ਦੇ ਵਿੱਚੋਂ ਨਿਕਲਣ ਵਾਸਤੇ ਯਤਨ ਕਰੇ, ਸਾਵਧਾਨਤਾ ਵਰਤੇ, ਸੁਚੇਤਤਾ ਵਰਤੇ, ਉਹਦਾ ਤੇ ਕੋਈ ਬਚਾਅ ਹੋ ਸਕਦਾ ਹੈ। ਪਰ ਜਿਹੜਾ ਇਹਨਾਂ ਗੱਲਾਂ ਨੂੰ ਦਰਕਿਨਾਰ ਕਰ ਦੇਵੇ, ਉਹਦਾ ਕੋਈ ਬਚਾਅ ਨਹੀਂ ਹੈ, ਕੋਈ ਥਾਂ ਟਿਕਾਣਾ ਨਹੀਂ ਉਹਦਾ। ਬਿਖ ਮਾਤੇ ਕਾ ਠੌਰ ਨਾ ਠਾਓ। ਚਰਨ ਕਮਲ ਸਿਉ ਲਾਗੀ ਪ੍ਰੀਤ, ਆਨ ਸੁਖਾ ਨਹੀਂ ਆਵੇ ਚੀਤ। ਇਹ ਤੇ ਰੱਬ ਦੀ ਯਾਦ ਤੋਂ, ਆਤਮਿਕ ਜੀਵਨ ਤੋਂ ਖੁੰਝੇ ਹੋਏ ਜਿਹੜੇ ਮਨੁੱਖ ਨੇ ਨਾ, ਉਹਨਾਂ ਦੀ ਗੱਲ ਹੈ। ਵਿਖਿਆ ਦੇ ਵਿੱਚ ਰਤਿਆਂ ਹੋਇਆਂ ਦੀ, ਮਾਇਆ ਦੀ ਜ਼ਹਿਰ ਦੇ ਵਿੱਚ ਪਚਿਆਂ ਹੋਇਆਂ ਦੀ, ਪਚੇ ਪਚਾਈ ਹੈ ਜਿਨ੍ਹਾਂ ਦਾ ਜੀਵਨ ਹੈ, ਜਿਹੜੇ ਉਹਦੇ ਵਿੱਚ ਹੀ ਰੱਤੇ ਰਹਿੰਦੇ ਨੇ, ਪਚੇ ਰਹਿੰਦੇ ਨੇ, ਵਿਕਾਰ ਹੀ ਭੋਗਦੇ ਰਹਿੰਦੇ ਨੇ, ਵਿਸ਼ਿਆਂ ਵਿਕਾਰਾਂ ਦੀ ਵਿਚਾਰ ਹੀ ਧੁਨ ਜਿਹੜੀ ਜਿਨ੍ਹਾਂ ਦੇ ਅੰਦਰ ਲੱਗੀ ਰਹਿੰਦੀ ਹੈ, ਇਹ ਉਹਨਾਂ ਦੀ ਗੱਲ ਹੈ। ਪਰ ਜਿਹੜੇ ਨਿਰੰਕਾਰ ਵਾਲੇ ਪਾਸੇ ਲੱਗ ਜਾਂਦੇ ਨੇ, ਜਿਹੜੇ ਆਪਣੇ ਜੀਵਨ ਨੂੰ ਪਰਮਾਤਮਾ ਨੂੰ ਸਮਰਪਣ ਕਰ ਦਿੰਦੇ ਨੇ, ਗੁਰੂ ਦੀ ਸਿੱਖਿਆ ਆਪਣੇ ਜੀਵਨ ਵਿੱਚ ਵਸਾ ਲੈਂਦੇ ਨੇ, ਧਾਰ ਲੈਂਦੇ ਨੇ, ਉਹਨਾਂ ਦੀ ਪ੍ਰਭੂ ਦੇ ਚਰਨਾਂ ਕਮਲਾਂ ਦੇ ਨਾਲ ਪ੍ਰੀਤ ਲੱਗ ਜਾਂਦੀ ਹੈ। ਚਰਨ ਕਮਲ ਸਿਉ ਲਾਗੀ ਪ੍ਰੀਤ, ਆਨ ਸੁਖਾ ਨਹੀਂ ਆਵੇ ਚੀਤ। ਉਹਨਾਂ ਦੇ ਚਿੱਤ ਦੇ ਵਿੱਚ ਹੋਰ ਸੁੱਖ ਨਹੀਂ ਆਉਂਦੇ। ਮਾਇਆ ਦੇ ਜਿਹੜੇ ਵਿਸ਼ਿਆਂ ਵਿਕਾਰਾਂ ਦੇ ਜਿਹੜੇ ਛਿੰਨ ਭੰਗਰ ਸੁੱਖ ਨੇ, ਉਹ ਨਹੀਂ ਆਵੇ ਚੀਤ, ਉਹ ਨਹੀਂ ਚਿੱਤੇ ਆਉਂਦੇ ਜਿਨ੍ਹਾਂ ਦੀ ਚਰਨਾਂ ਕਮਲਾਂ ਦੇ ਨਾਲ ਪ੍ਰੀਤ ਲੱਗ ਜਾਂਦੀ ਹੈ। ਚਰਨ ਕਮਲ ਸਿਉ ਲਾਗੀ ਡੋਰੀ, ਸੁਖ ਸਾਗਰ ਕਰ ਪਰਮ ਗਤ ਮੋਰੀ। ਅੰਚਲਾ ਗਹਾਇਓ ਜਨ ਆਪਣੇ ਕੋ, ਮਨ ਬੀਧੋ ਪ੍ਰੇਮ ਰਸ ਖੋਰੀ। ਜਿਨ੍ਹਾਂ ਦਾ ਵਾਹਿਗੁਰੂ ਦੇ ਪ੍ਰੇਮ ਰਸ ਦੇ ਵਿੱਚ ਮਨ ਵਿਧਿਆ ਗਿਆ, ਲੱਗ ਗਿਆ।
ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ, ਕੀਰਤਨ ਨਾਮ ਸਿਮਰਤ ਰਹੂੰ ਜਬ ਲਗ ਘਟ ਸਾਸ। ਆ ਮਰਿਆਦਾ ਉਹਨਾਂ ਦੀ, ਜਿੰਨੀ ਦੇਰ ਤੱਕ ਸਵਾਸ ਨੇ ਕੀਰਤਨ ਨਾਮ ਸਿਮਰਤ ਰਹੂੰ, ਕੀਰਤਨ ਕਰਦਾ ਰਹਾਂ, ਸਿਮਰਦਾ ਰਹਾਂ, ਪ੍ਰਭੂ ਨੂੰ ਯਾਦ ਕਰਦਾ ਰਹਾਂ, ਜਿਨ੍ਹਾਂ ਨੂੰ ਪ੍ਰਭੂ ਦੇ ਚਰਨਾਂ ਕਮਲਾਂ ਦਾ ਆਸਰਾ ਹੈ। ਪਰ ਜਿਹੜੇ ਵਿਕਾਰੀ ਜੀਵਨ ਜੀਣ ਵਾਲੇ ਨੇ, ਇਹ ਉਹਨਾਂ ਦੀ ਗੱਲ ਨਹੀਂ ਹੈ। ਉਹਨਾਂ ਦਾ ਤੇ ਫਿਰ ਦੁੱਖਾਂ ਦੇ ਵਿੱਚ ਹੀ ਸਮਾਂ ਜਿਹੜਾ ਹੈ ਲੰਘਦਾ ਹੈ। ਉਹ ਤਾਂ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਉਹਨਾਂ ਦੀ ਤੇ ਆਹ ਗਾਥਾ ਹੈ। ਪਰ ਜਿਹੜੇ ਯਾਦ ਰੱਖਦੇ ਨੇ, ਜਿਨ੍ਹਾਂ ਦੀ ਚਰਨਾਂ ਕਮਲਾਂ ਦੇ ਨਾਲ ਪ੍ਰੀਤ ਹੈ, ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਨਿਰੰਕਾਰ ਦੀ ਯਾਦ ਦੇ ਵਿੱਚ ਲੰਘਦਾ ਹੈ। ਸਾਖਤ ਪੁਰਸ਼ ਜਿਹੜੇ ਨੇ ਉਹ ਪਾਪਾਂ ਦੇ ਵਿੱਚ, ਪਾਪ ਬੁਰਾ ਪਾਪੀ ਕੋ ਪਿਆਰਾ, ਉਹਨਾਂ ਨੂੰ ਪਾਪ ਹੀ ਪਿਆਰਾ ਹੈ। ਰੱਬ ਦੇ ਪਿਆਰਿਆਂ ਨੂੰ ਰੱਬ ਪਿਆਰਾ ਹੈ। ਉਹਨਾਂ ਪਿਆਰਾ ਰੱਬ, ਉਹਨਾਂ ਨੂੰ ਉਹ ਪਿਆਰਾ ਹੈ। ਜਿਹੜੇ ਵਿਖਿਆਂ ਵਿਕਾਰਾਂ ਦੇ ਵਿੱਚ ਨੇ, ਉਹਨਾਂ ਨੂੰ ਵਿਖੇ ਵਿਸ਼ੇ ਵਿਕਾਰ ਚੰਗੇ ਲੱਗਦੇ ਨੇ। ਜਿਹੜੇ ਨਿਰੰਕਾਰ ਦੀ ਯਾਦ ਵਿੱਚ ਜੁੜਨ ਵਾਲੇ ਨੇ, ਉਹਨਾਂ ਨੂੰ ਨਾਮ ਚੰਗਾ ਲੱਗਦਾ ਹੈ, ਸਿਮਰਨ ਚੰਗਾ, ਸੇਵਾ ਚੰਗੀ ਲੱਗਦੀ ਹੈ। ਜੋੜਿਆਂ ਦੀ, ਲੰਗਰਾਂ ਦੀ, ਕਿਤੇ ਵੀ ਉਹਨਾਂ ਦੇ ਅੰਦਰ ਭਾਵਨਾ ਹੀ ਇੱਦਾਂ ਦੀ ਬਣ ਜਾਂਦੀ ਹੈ। ਯਾਦ ਰੱਖਿਓ, ਜਿਹੜਾ ਕਰਮ ਬੰਦਾ ਲਗਾਤਾਰ ਕਰਦਾ ਹੈ, ਉੱਦਾਂ ਦਾ ਹੀ ਉਹਦਾ ਸੰਸਕਾਰ ਬਣ ਜਾਂਦਾ ਹੈ। ਉਹਦੇ ਮਨ ਦੀ ਘਾੜਤ ਬਣਤਰ ਵੀ ਉੱਦਾਂ ਦੀ ਹੀ ਬਣ ਜਾਂਦੀ ਹੈ। ਜੇ ਲਗਾਤਾਰ ਗੁਰੂ ਘਰ ਦੇ ਵਿੱਚ ਆਵਾਂਗੇ, ਨਿਤਨੇਮ ਰੋਜ਼ ਕਰਾਂਗੇ, ਰੋਜ਼ ਇਸ਼ਨਾਨ ਕਰਾਂਗੇ, ਰੋਜ਼ ਸਹਿਜ ਪਾਠ ਕਰਾਂਗੇ, ਆ ਕੇ ਘੜੀ ਪਲ ਜੋੜਿਆਂ ਦੇ ਵਿੱਚ, ਲੰਗਰਾਂ ਦੇ ਵਿੱਚ, ਗੁਰਧਾਮਾਂ ਦੇ ਵਿੱਚ ਸੇਵਾ ਕਰਾਂਗੇ, ਤੇ ਸਾਡੇ ਜੀਵਨ ਦੇ ਸੰਸਕਾਰ ਵੀ ਉੱਦਾਂ ਦੇ ਹੀ ਬਣ ਜਾਣਗੇ। ਤੇ ਜੇ ਠੇਕਿਆਂ ਵੱਲ ਤੁਰੇ ਰਵਾਂਗੇ, ਜੇ ਪਾਰਟੀਆਂ ਦੇ ਵਿੱਚ, ਕਲੱਬਾਂ ਦੇ ਵਿੱਚ, ਪੱਬਾਂ ਦੇ ਵਿੱਚ ਜਾਂ ਹੋਰ ਥਾਵਾਂ ਦੇ ਵਿੱਚ, ਤੇ ਉੱਦਾਂ ਦੇ ਸੰਸਕਾਰ ਬਣ ਜਾਵਾਂ, ਫਿਰ ਉੱਧਰ ਨੂੰ ਹੀ ਮਨ ਭੱਜੇਗਾ। ਇਹ ਕਿਉਂ ਦਿਲ ਕਰਦਾ ਹੈ ਵੀ ਗੁਰਦੁਆਰੇ ਅੱਜ ਨਹੀਂ ਗਏ, ਕਿਸੇ ਵੇਲੇ ਹੋ ਜਾਵੇ, ਤੇ ਇੰਝ ਲੱਗਦਾ ਹੈ ਜਿਵੇਂ ਕੋਈ ਘਾਟ ਹੁੰਦੀ ਹੈ, ਕਿਉਂਕਿ ਸੰਸਕਾਰ ਬਣ ਗਏ, ਗੁਰੂ ਦੇ ਨਾਲ ਪ੍ਰੀਤ ਪੈ ਗਈ। ਜੇ ਨਹੀਂ ਤੇ ਫਿਰ ਜਿੱਧਰ ਹੋਵੇਗੀ ਉੱਧਰ ਹੀ ਬੰਦਾ ਜਾਵੇਗਾ। ਚਰਨ ਕਮਲ ਸਿਉ ਲਾਗੀ ਪ੍ਰੀਤ, ਆਨ ਸੁਖਾ ਨਹੀਂ ਆਵੇ ਚੀਤ। ਫਿਰ ਹੋਰ ਸੁੱਖ ਨਹੀਂ ਚੇਤੇ ਆਉਂਦੇ। ਸਦਾ ਸਦਾ ਸਿਮਰੋ ਪ੍ਰਭ ਸੁਆਮੀ, ਮਿਲ ਨਾਨਕ ਹਰ ਅੰਤਰ ਜਾਮੀ। ਪਾਤਸ਼ਾਹ ਕਹਿੰਦੇ ਨੇ, ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਨਾਨਕ ਪਦ ਦੀ ਮੋਹਰ ਦੇ ਉੱਪਰ ਆਖਦੇ ਨੇ, ਮਿਲ ਨਾਨਕ ਹਰ ਅੰਤਰਜਾਮੀ। ਹੇ ਅੰਤਰਜਾਮੀ, ਹੇ ਸਭ ਦੇ ਦਿਲਾਂ ਦੀ ਜਾਣਨ ਵਾਲੇ ਵਾਹਿਗੁਰੂ, ਮੇਰੇ ਤੇ ਕਿਰਪਾ ਕਰ, ਮੈਨੂੰ ਆਪਣਾ ਮਿਲਾਪ ਬਖਸ਼, ਮੇਰੇ ਤੇ ਕਿਰਪਾ ਕਰ। ਸਦਾ ਸਦਾ ਸਿਮਰੋ ਪ੍ਰਭ ਸੁਆਮੀ, ਮੈਂ ਹੇ ਮੇਰੇ ਸੁਆਮੀ ਤੈਨੂੰ ਸਦੀਵ ਸਿਮਰਦਾ ਰਵਾਂ, ਤੈਨੂੰ ਸਦਾ ਚੇਤੇ ਕਰਦਾ ਰਵਾਂ, ਯਾਦ ਕਰਦਾ ਰਵਾਂ। ਜਿਹੜੇ ਯਾਦ ਕਰਨ ਵਾਲੇ ਨੇ ਉਹਨਾਂ ਦੀ ਸ਼ੋਭਾ ਹੈ, ਜਿਹੜੇ ਭੁੱਲਣ ਵਾਲੇ ਨੇ ਉਹਨਾਂ ਦੀ ਕੋਈ ਸ਼ੋਭਾ ਨਹੀਂ ਹੈ। ਕਬੀਰ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਹੈ। ਕਹਿੰਦੇ ਨੇ, ਜਿਹੜੀ ਨ੍ਰਿਪ ਨਾਰੀ ਹੈ, ਵਿਸ਼ੇ ਵਿਕਾਰ ਵਾਲੀ ਹੈ ਇਸਤਰੀ, ਉਹਦੀ ਨਿੰਦਾ ਜਗਤ ਦੇ ਵਿੱਚ ਹੁੰਦੀ ਹੈ। ਉਹਨੂੰ ਕੋਈ ਸ਼ੋਭਾ, ਕੋਈ ਚੰਗੀ ਅੱਖ ਦੇ ਨਾਲ, ਇੱਜ਼ਤ ਦੇ ਨਾਲ ਨਹੀਂ ਕੋਈ ਵੇਖਦਾ। ਪਰ ਜਿਹੜਾ ਰਾਮ ਦਾ ਸੇਵਕ ਹੈ, ਜਿਹੜੀ ਰਾਮ ਦੀ ਚੇਰੀ ਹੈ, ਕਬੀਰ ਨ੍ਰਿਪ ਨਾਰੀ ਕੋ ਕਿਉਂ ਨਿੰਦੀਏ। ਜਿਹੜੇ ਸਿਮਰਨ ਵਾਲੇ, ਯਾਦ ਵਾਲੇ ਨੇ, ਹਰੀ ਦੇ ਸੇਵਕ ਨੇ, ਉਹਨਾਂ ਦੀ ਭਲਾ ਕਿਉਂ ਨਿੰਦਾ ਕੀਤੀ ਜਾਵੇ। ਉਹਨਾਂ ਦੀ ਕੋਈ ਨਿੰਦਾ ਕਰਦਾ ਵੀ ਨਹੀਂ, ਕਿਉਂਕਿ ਉਹ ਪਾਪ ਕਰਦਾ ਹੈ। ਤੇ ਜਿਹੜਾ ਰੱਬ ਦਾ ਪਿਆਰਾ ਹੈ, ਜਿਹੜੇ ਰਾਮ ਦੀ ਚੇਰੀ ਹੈ, ਉਹ ਸੇਵਾ ਵਾਲੇ ਰਾਹ ਤੇ, ਸਿਮਰਨ ਵਾਲੇ ਰਾਹ ਤੇ, ਪਰਉਪਕਾਰ ਵਾਲੇ ਰਾਹ ਤੇ ਚੱਲਦਾ ਹੈ। ਸ਼ੋਭਾ ਉਹਨਾਂ ਦੀ ਹੁੰਦੀ ਹੈ ਜਿਹੜੇ ਸੱਚੇ ਮਾਰਗ ਤੇ ਚੱਲਦੇ ਨੇ, ਜਿਹੜੇ ਨੇਕ ਰਾਹ ਦੇ ਉੱਪਰ ਚੱਲਦੇ ਨੇ।
ਉਹਨਾਂ ਦੀ ਸ਼ੋਭਾ ਨਹੀਂ ਹੁੰਦੀ ਜਿਹੜੇ ਪਾਪ ਕਰਮਾਂ ਦੇ ਵਿੱਚ ਗ੍ਰਸਤ ਰਹਿੰਦੇ ਨੇ, ਭੋਗਾਂ ਦੇ ਵਿੱਚ, ਵਿਸ਼ਿਆਂ ਵਿਕਾਰਾਂ ਦੇ ਵਿੱਚ ਰਹਿੰਦੇ ਨੇ। ਅੱਜ ਦੇ ਸ਼ਬਦ ਦੇ ਵਿੱਚ ਸਤਿਗੁਰੂ ਨੇ ਸਾਨੂੰ ਇਹ ਨਿਰਣਾ ਜਿਹੜਾ ਹੈ ਦਿੱਤਾ ਹੈ, ਹੁਣ ਰਸਤਾ ਤੁਸੀਂ ਕਿਹੜਾ ਚੁਣਨਾ ਹੈ, ਕਿਹੜਾ ਮਾਰਗ ਚੁਣਨਾ ਹੈ, ਨਿਰੰਕਾਰ ਦਾ, ਪਰਉਪਕਾਰ ਦਾ, ਭਲੇ ਦਾ, ਸੇਵਾ ਦਾ, ਸਿਮਰਨ ਦਾ, ਕਿ ਜਾਂ ਨਰਕਾਂ ਨੂੰ ਜਾਣ ਵਾਲਾ ਮਾਇਆ ਮਗਨ ਨਰਕ ਲੈ ਜਾਈ, ਉਹ ਰਾਹ ਚੁਣਨਾ ਹੈ। ਬੜੀਆਂ ਸਿੰਪਲ ਛੋਟੀਆਂ ਛੋਟੀਆਂ ਪੰਕਤੀਆਂ ਨੇ। ਬਿਖੇ ਰਾਜ ਤੇ ਅੰਧਲਾ ਭਾਰੀ, ਦੁੱਖ ਲਾਗੇ RAM ਨਾਮ ਚਿਤਾਰੀ, ਤੇਰੇ ਦਾਸ ਕੋ ਤੂੰ ਹੀ ਵਡਿਆਈ, ਮਾਇਆ ਮਗਨ ਨਰਕ ਲੈ ਜਾਈ। ਜੇ ਸਾਨੂੰ ਸਮਝ ਆ ਜਾਵੇ ਤੇ, ਜੇ ਸੋਝੀ ਆ ਜਾਵੇ ਤੇ, ਜੇ ਸਾਨੂੰ ਇਹ ਖਿਆਲ ਆ ਜਾਵੇ। ਆ ਕੱਲ੍ਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਗੁਰਪੁਰਬ ਮਨਾਇਆ, ਅਸੀਂ ਸਾਰਿਆਂ ਨੇ ਸੱਚੇ ਪਾਤਸ਼ਾਹ ਜੀ ਦੀਆਂ ਵਡਿਆਈਆਂ ਕੀਤੀਆਂ। 7 ਸਾਲ ਦੀ ਉਮਰ ਦੇ ਵਿੱਚ ਤੁਸੀਂ ਸਾਰਿਆਂ ਨੇ ਕਈ ਵਾਰ ਸੁਣਿਆ, ਪਰ ਜਿੰਨੀ ਵਾਰ ਤੁਸੀਂ ਮਨ ਦੇ ਵਿੱਚ ਅਹਿਸਾਸ ਕਰੋਗੇ, ਉਨੀ ਵਾਰ ਹੀ ਨਵਾਂ ਨਰੋਇਆ ਤੇ ਪਵਿੱਤਰ ਖਿਆਲ ਅੰਦਰ ਪੈਦਾ ਹੋਵੇਗਾ। ਖਾਸ ਕਰਕੇ ਬੱਚੇ, ਨੌਜਵਾਨ ਜਿਹੜੇ ਨੇ, ਉਹਨਾਂ ਦੇ ਧਿਆਨ ਦੇਣ ਵਾਲੀ ਗੱਲ ਹੈ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ 7 ਸਾਲ ਦੀ ਆਯੂ ਦੇ ਵਿੱਚ ਲੋਕੀ ਉਹਨਾਂ ਨੂੰ ਕਹਿੰਦੇ ਸਨ ਅਨਾਥ ਹੋ ਗਏ। ਮਾਤਾ ਪਿਤਾ ਦਾ ਸਿਰ ਤੇ ਸਾਇਆ ਨਹੀਂ ਰਿਹਾ। ਪਹਿਲਾਂ ਮਾਤਾ ਜੀ ਚੜ੍ਹਾਈ ਕਰ ਗਏ, ਫਿਰ ਪਿਤਾ ਹਰਦਾਸ ਜੀ ਚੜ੍ਹਾਈ ਕਰ ਗਏ। 7 ਸਾਲ ਦੀ ਉਮਰ ਹੋਵੇ, ਇੰਨੀ ਛੋਟੀ ਉਮਰ ਹੋਵੇ। 2 ਭੈਣ ਭਰਾ ਨੇ, ਛੋਟੇ ਭਰਾ ਨੇ ਹਰਦਿਆਲ ਜੀ, ਤੇ ਉਹਨਾਂ ਤੋਂ ਛੋਟੀ ਹੈ ਰਮਦਾਸੀ। ਉਹਨਾਂ ਦੇ ਨਾਮ ਦੇ ਉੱਪਰ ਉਹਨਾਂ ਦਾ ਨਾਮ ਹੈ, ਛੋਟੀ ਭੈਣ ਹੈ। ਨਾਨੀ ਮਾਂ ਉਹਨਾਂ ਕੋਲ ਆਈ ਹੈ, ਦੇਖਿਆ ਹੈ। ਪਰਚਾਉਣੀ ਕਰਨ ਵਾਸਤੇ ਲੋਕ ਆਉਂਦੇ ਜਾਂਦੇ ਨੇ, ਸਾਤਵਨਾ ਦਿੰਦੇ ਨੇ, ਸਿਰ ਤੇ ਹੱਥ ਰੱਖਦੇ ਨੇ, ਦੁੱਖ ਵੰਡਾਉਂਦੇ ਨੇ, ਪਰ ਜ਼ਿੰਮੇਵਾਰੀ ਕੋਈ ਨਹੀਂ ਉਠਾਉਂਦਾ ਇੰਨੀ ਉਮਰ ਦੇ ਵਿੱਚ। ਤੇ ਮਾਂ ਨਾਨੀ ਉਹਨਾਂ ਨੂੰ ਆਪਣੀ ਉਂਗਲ ਦੇ ਨਾਲ ਲਾ ਕਰਕੇ ਨਾਨਕੇ ਬਾਸਰ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਗਰ ਲੈ ਜਾਂਦੀ ਹੈ। ਉੱਥੇ ਜਾ ਕਰਕੇ 7 ਸਾਲ ਦੀ ਆਯੂ ਦੇ ਵਿੱਚ ਇੱਕ ਬਾਲਕ, ਇੱਕ ਬੱਚਾ ਜਿਹੜਾ ਹੈ, ਅਸੀਂ ਦੁਨਿਆਵੀ ਨਿਗਾਹ ਤੋਂ ਵੇਖਦੇ ਹਾਂ। ਜੇ ਆਮ ਬੱਚੇ ਅਸੀਂ ਦੇਖੀਏ, ਐਸਾ ਕਿਸੇ ਦੇ ਨਾਲ ਹੋਵੇ ਤੇ ਉਹ ਕੀ ਕਰੇ? ਉਹਦੇ ਵਾਸਤੇ ਕਰਨ ਵਾਸਤੇ ਕੀ ਹੈ ਜਿਹਦਾ ਕੋਈ ਹੋਰ ਆਸਰਾ ਨਾ ਹੋਵੇ, ਉਪਜੀਵਕਾ ਦਾ ਸਾਧਨ ਨਾ ਹੋਵੇ, ਕੋਈ ਹੋਰ ਕੁਛ ਨਾ ਹੋਵੇ, ਜਾਂ ਤੇ ਉਹ ਚੋਰੀਆਂ ਚਕਾਰੀਆਂ ਵਾਲੇ ਮਾੜੇ ਰਾਹ ਤੇ ਤੁਰ ਪੈਂਦਾ ਹੈ। ਕੋਈ ਹੈ ਵਿਰਲਾ ਜਿਹਦੇ ਉੱਪਰ ਮਾਲਕ ਦੀ ਕਿਰਪਾ ਹੋਵੇ, ਉਹ ਬਚ ਜਾਵੇ। ਉਹ ਰੋਲ ਮਾਡਲ ਨੇ ਸਾਡੇ ਵਾਸਤੇ। ਉਹਨਾਂ ਨੇ ਕਿਰਤ ਦਾ ਰਸਤਾ ਚੁਣਿਆ, ਧਰਮ ਦੀ ਕਿਰਤ ਦਾ ਰਸਤਾ ਚੁਣਿਆ। ਛੋਟੇ ਜਿਹੀ ਆਯੂ ਦੇ ਵਿੱਚ ਛੋਟਾ ਜਿਹਾ ਥਾਲ ਘੁੰਗਣੀਆਂ ਦਾ ਬਣਾ ਕਰਕੇ ਇੱਥੋਂ ਆਪਣੀ ਉਪਜੀਵਕਾ ਦਾ ਸਾਧਨ ਜਿਹੜਾ ਸੀ ਉਹ ਆਰੰਭ ਕਰ ਦਿੱਤਾ। ਮੈਨੂੰ ਤਾਂ ਹੈਰਾਨੀ ਹੁੰਦੀ ਏ, 20-20, 25-25 ਲੱਖ ਰੁਪਈਏ ਲਾ ਕੇ ਕੈਨੇਡਾ ਤੇ ਅਮਰੀਕਾ ਜਾਣ ਵਾਲੇ, ਉਹਨਾਂ ਦੀ ਸ਼ੋਭਾ ਜਦੋਂ ਸੁਣੀਦੀ ਹੈ ਨਾ, ਹੌਲ ਪੈਂਦਾ ਹੈ। ਜਦੋਂ ਨਾਮ ਸਿੰਘ ਲੱਗਾ ਹੋਵੇ, ਨਾਮ ਕੌਰ ਲੱਗਾ ਹੋਵੇ, ਕੋਈ 23 ਸਾਲ ਦੀ ਕੁੜੀ ਹੋਵੇ ਤੇ ਕੋਈ 20 ਸਾਲ ਦਾ ਤੇ 25 ਸਾਲ ਦਾ ਬੱਚਾ ਹੋਵੇ, ਮੁੰਡਾ ਹੋਵੇ, ਤੁਸੀਂ ਆਖਣਾ ਅਸੀਂ ਆਪਣੀ ਗੱਲ, ਆਪਣਾ ਹੀ ਝੱਗਾ ਜਿਹੜਾ ਚੁੱਕਣ ਡੇ ਹਾਂ। ਪਰ ਨਹੀਂ ਗੁਰੂ ਪਿਆਰਿਓ, ਇਹ ਸਿੱਖਣ ਦੀ ਲੋੜ ਹੈ। ਇਹ ਕਾਰਾਂ ਗੱਡੀਆਂ, ਮੈਂ ਤੇ ਹੈਰਾਨ ਰਹਿ ਗਿਆ ਪੜ੍ਹ ਕਰਕੇ। 60 ਬੱਚੇ ਪੜ੍ਹਨ ਗਏ ਇੱਥੋਂ, 60 ਬੱਚਿਆਂ ਦੀ ਲਿਸਟ ਪੁਲਿਸ ਨੇ ਜਾਰੀ ਕੀਤੀ, ਕਾਰਾਂ ਚੋਰੀ ਕਰਨ ਵਾਲੇ ਨੌਜਵਾਨ 20-20, 21-21, 22 ਸਾਲ ਦੇ। ਇੰਨੀਆਂ ਮਨ ਦੇ ਸ਼ੌਂਕ, ਇਹ ਸ਼ੌਂਕ ਨੇ ਤੇ ਕਿਰਤ ਕਰੋ ਨਾ, ਕੰਮ ਕਰੋ। ਇਹ ਕੋਈ ਕੰਮ ਹੈ? ਕੋਈ ਲੋਕਾਂ ਦੀਆਂ ਗੱਡੀਆਂ ਚੋਰੀ ਕਰ ਲੈਣੀਆਂ, ਚੋਰੀਆਂ ਚਕਾਰੀਆਂ, ਇਹ ਕੋਈ ਰਾਹ ਹੈ? ਇਹਦੇ ਨਾਲ ਰਾਤੋਂ ਰਾਤ ਅਸੀਂ ਟਾਟਾ ਬਿਰਲਾ ਬਣਨਾ ਹੈ? ਇਹ ਗੁਰੂ ਰਾਮਦਾਸ ਜੀ ਦਾ ਜੀਵਨ ਉਹਨਾਂ ਦੇ ਲਈ ਪ੍ਰੇਰਨਾ ਹੈ ਕਿ 7 ਸਾਲ ਦੀ ਉਮਰ ਦੇ ਵਿੱਚ ਕਿਰਤ ਸ਼ੁਰੂ ਕਰ ਦਿੱਤੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜ ਗਏ ਤੇ ਕਿੱਡਾ ਵੱਡਾ ਮਰਾਤਬਾ ਗੁਰੂ ਘਰ ਦੇ ਵਿੱਚ ਪ੍ਰਾਪਤ ਕਰ ਲਿਆ।
ਇਹ ਰਾਹ ਦੇ ਉੱਪਰ ਚੱਲੇ ਤੇ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਇੰਨੇ ਪਵਿੱਤਰ ਜੀਵਨ ਵਾਲੇ ਹੋ ਕੇ ਪ੍ਰਵਾਨ ਹੋਏ ਕਿ ਮਾਤਾ ਮਨਸਾ ਦੇਵੀ ਨੇ ਆਖਿਆ ਕਿ ਪਤੀ ਦੇਵ ਜੀਓ, ਮੈਂ ਆਪਣੀ ਧੀ ਦਾ ਰਿਸ਼ਤਾ ਕਰਨਾ ਹੈ, ਪਰ ਮੇਰੀ ਇੱਛਾ ਹੈ ਜਿੱਦਾਂ ਦਾ ਮਿੱਠ ਬੋਲੜਾ ਸੁਭਾਓ, ਆਗਿਆਕਾਰੀ, ਸੁੰਦਰ ਸਵਰੂਪ ਤੇ ਜੀਵਨ ਦੇ ਉੱਚੇ ਸੁੱਚੇ ਕਿਰਦਾਰ ਵਾਲੇ ਤੁਹਾਡੇ ਸੇਵਕ ਜੇਠਾ ਜੀ ਨੇ, ਸ਼੍ਰੀ ਰਾਮਦਾਸ ਜੀ ਨੇ, ਮੈਂ ਚਾਹੁੰਦੀ ਹਾਂ ਬੱਚੀ ਹੁਣ ਵਿਆਹੁਣ ਯੋਗ ਹੈ, ਇਦਾਂ ਦਾ ਵਰ ਚਾਹੀਦਾ ਹੈ। ਲੋਕੀ ਕਹਿੰਦੇ ਨੇ ਨਾ ਵੀ ਬੱਚਿਆਂ ਦੇ ਵਿਆਹ ਨਹੀਂ ਹੁੰਦੇ ਜੀ। ਭਾਈ ਸਾਹਿਬ ਕਈ ਵਾਰ ਜ਼ਿਕਰ ਕਰਦੇ ਹੁੰਦੇ ਨੇ ਕਿ ਪਹਿਲਾਂ ਤੇ ਆਪਣੇ ਜਿਹੜੇ ਨੇ ਜ਼ੋਰ ਲਾ ਦਿੰਦੇ ਨੇ, ਫਿਰ ਜਦੋਂ ਕਿਤੇ ਨਾ ਚੱਲੇ ਫਿਰ ਗੁਰੂ ਘਰ ਦੇ ਵਿੱਚ ਆ ਕੇ ਮੈਨੂੰ ਵੀ ਕਹਿੰਦੇ ਨੇ ਆ ਕਰਕੇ ਜੀ ਬੱਚੇ ਦਾ ਰਿਸ਼ਤਾ ਦੱਸਿਓ, ਬੱਚੀ ਦਾ ਰਿਸ਼ਤਾ ਦੱਸਿਓ। ਜਦੋਂ ਸਮਾਂ ਹੁੰਦਾ ਹੈ ਉਸ ਵੇਲੇ ਨਹੀਂ ਕੋਈ ਧਿਆਨ ਉਹਨਾਂ ਦਾ ਕਿਰਦਾਰ, ਉਹਨਾਂ ਦਾ ਆਚਰਣ। ਜੇ ਆਚਰਣ ਦੀ ਉਸਾਰੀ ਹੋਵੇ, ਸੋਹਣਾ ਜੀਵਨ ਹੋਵੇ, ਆਪਣੀ ਕਿਰਤ ਕਮਾਈ 10 ਨੌਹਾਂ ਦੀ ਹੋਵੇ, ਨਸ਼ਿਆਂ ਸ਼ਰਾਬ ਜਾਂ ਹੋਰ ਵਿਕਾਰਾਂ ਤੋਂ ਬਚਿਆ ਹੋਵੇ, ਤੇ ਲੋਕੀ ਪੁੱਛਦੇ ਨੇ ਐਦਾਂ ਦਾ ਚਾਹੀਦਾ ਹੈ। ਤੇ ਜੇ ਪਹਿਲਾਂ ਹੀ ਚਰਚੇ ਪਹਿਲਾਂ ਹੀ ਹੋਏ ਹੋਣ, ਢੋਲ ਵੱਜੇ ਹੋਣ, ਤੇ ਫਿਰ ਕੌਣ ਰਿਸ਼ਤੇ ਕਰਦਾ ਹੈ? ਆਚਰਨ ਜੀਵਨ ਜਿਹੜਾ ਹੈ। ਆਖਿਆ ਮੈਨੂੰ ਵਰ ਚਾਹੀਦਾ ਹੈ ਪਤੀ ਦੇਵ ਜੀਓ ਤੁਹਾਡੇ ਜੇਠੇ ਵਰਗਾ। ਮਹਾਰਾਜ ਨੇ ਆਖਿਆ ਫਿਰ ਨਹੀਂ ਕੋਈ ਵੀ ਹੋਣਾ। ਜੇ ਤੂੰ ਕਹਿੰਦੀ ਨਾ ਉਹਦੇ ਵਰਗਾ ਚਾਹੀਦਾ ਹੈ ਫਿਰ ਨਹੀਂ ਹੋਣਾ, ਤੇ ਜੇ ਤੂੰ ਆਖੇ ਵੀ ਉਹੀ ਚਾਹੀਦਾ ਹੈ ਤੇ ਫਿਰ ਹੋ ਜਾਵੇਗਾ, ਕਿਉਂਕਿ ਉਹਦੇ ਵਰਗਾ ਕੋਈ ਹੋਰ ਦੂਜਾ ਨਹੀਂ ਹੈ। ਉਹ ਜੇ ਉਹ ਆਪ ਹੀ ਹਨ। ਇੱਦਾਂ ਦਾ ਜੀਵਨ ਸੇਵਾ ਦੇ ਵਿੱਚ ਲੱਗੇ ਰਹੇ, ਸਿਮਰਨ ਦੇ ਵਿੱਚ ਲੱਗੇ ਰਹੇ, ਜਿੱਥੇ ਆਪਣੀ ਜੀਵਕਾ ਜਿਹੜੀ ਹੈ ਉਹ ਘੁੰਗਣੀਆਂ ਵੇਚ ਕੇ ਉੱਥੇ ਵੀ ਬਾਸਰ ਕੇ ਵੀ ਤੇ ਗੋਇੰਦਵਾਲ ਆ ਕਰਕੇ ਵੀ ਰੱਖੀ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਪਜੀਵਕਾ ਉਹਨਾਂ ਦੀ ਦੁਕਾਨ ਸੀ, ਉਹਨਾਂ ਦਾ ਆਪਣਾ ਸੀ, ਕਿਰਤ ਸੀ ਆਪਣੀ। ਔਰ ਕਿਰਤ ਦੇ ਨਾਲ ਨਾਲ ਸੇਵਾ ਵੀ ਕਰਦੇ ਰਹੇ, ਸਿਮਰਨ ਵੀ ਕਰਦੇ ਰਹੇ, ਬਾਣੀ ਵੀ ਪੜ੍ਹਦੇ ਰਹੇ, ਜੀਵਨ ਉੱਚਾ ਸੁੱਚਾ ਬਣ ਗਿਆ। ਜੇ ਸ਼ੌਂਕ ਨੇ ਨਾ ਤੇ ਫਿਰ ਭਾਈ ਇਹ ਰਾਹ ਹੈ ਗੁਰੂ ਨੇ ਦੱਸਿਆ ਹੋਇਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਸੱਚੀ ਸੁੱਚੀ ਕਿਰਤ ਵਾਲਾ ਰਾਹ ਹੈ। ਇਸ ਰਾਹ ਦੇ ਉੱਪਰ ਚੱਲੀਏ। ਇਹ ਰਾਹ 'ਤੇ ਚੱਲਣ ਵਾਲਿਆਂ ਦੀ ਸਾਡੇ ਘਰ ਦੀ ਇੱਜ਼ਤ ਹੋਵੇਗੀ, ਗੁਰੂ ਨਾਨਕ ਦੇ ਘਰ ਦੀ ਸ਼ੋਭਾ ਹੋਵੇਗੀ, ਗੁਰਸਿੱਖਾਂ ਦੀ ਸ਼ੋਭਾ ਹੋਵੇਗੀ। ਤੁਸੀਂ ਤੇ ਨਾਮ ਸਿੰਘ ਤੇ ਕੌਰ ਲਿਖਾ ਕੇ ਇਹੋ ਜਿਹੇ ਕੁਕਰਮਾਂ ਦੇ ਵਿੱਚ ਪੈ ਕਰਕੇ ਸਗੋਂ ਨਾਮ ਕਾਲਾ ਕਰ ਦਿੱਤਾ। ਜਿਹੜਾ ਪੁੱਤਰ ਧੀ ਇੱਦਾਂ ਦੇ ਕੰਮ ਕਰਦਾ ਹੈ ਉਹਦੇ ਮਾਂ-ਬਾਪ ਦਾ ਨਾਂ ਕੋਈ ਉਜਲਾ ਨਹੀਂ ਹੁੰਦਾ, ਇੱਜ਼ਤ ਨਹੀਂ ਮਿਲਦੀ। ਇਸ ਕਰਕੇ ਮੇਰਾ ਨਿਵੇਦਨ ਹੈ ਇਹਨਾਂ ਸਾਰਿਆਂ ਨੂੰ, ਬੱਚਿਆਂ ਨੂੰ ਧਿਆਨ ਰੱਖੋ। ਗੁਰੂ ਰਾਮਦਾਸ ਜੀ ਦਾ ਜੀਵਨ ਪੜ੍ਹੋ, ਦੇਖੋ ਉਹਨਾਂ ਦਾ ਜੀਵਨ। ਸਾਕ ਨਾ ਜਾਤਾ ਹਿਰਦੇ ਰਾਖਿਆ ਸੇਵਕੀ ਭਾਓ, ਚੰਚਲਤਾਈ ਚਤੁਰਾਈ ਨਾ ਹਸਨ ਖੇਡਣ ਕਾ ਚਾਓ, ਪ੍ਰੀਤ ਚਰਨਾ ਕੀ ਸੇਵਕੀ ਰੱਖੀ, ਬਿਨ ਗੁਰ ਹੋਰ ਨਾ ਦੇਖਣਾ ਅੱਖੀ। ਚਰਨਾਂ ਦੀ ਪ੍ਰੀਤ ਅੰਦਰ ਰੱਖੀ, ਸੇਵਾ ਵਿੱਚ ਜੁੜੇ ਰਹੇ, ਉੱਚਾ ਮਰਾਤਬਾ ਪਾ ਲਿਆ। ਮਹਾਰਾਜ ਨੇ ਮਾਤਾ ਭਾਨੀ ਜੀ ਦਾ ਨਾਤਾ ਉਹਨਾਂ ਦੇ ਨਾਲ ਕਰ ਦਿੱਤਾ। ਕੋਈ ਨਹੀਂ ਦੇਖਿਆ ਜਾਇਦਾਦ ਕਿੰਨੀ ਹੈ, ਘਰ-ਬਾਰ ਕਿਹੋ ਜਿਹਾ ਹੈ। ਜਿੱਥੇ ਜੀਵਨ ਹੋਵੇ ਨਾ, ਜੀਵਨ ਵਾਲਾ ਜੇ ਮਿਲ ਜਾਵੇ ਤੇ ਫਿਰ ਜਾਇਦਾਦਾਂ ਆਪੇ ਬਣ ਜਾਂਦੀਆਂ ਨੇ। ਗੁਰੂ ਦੀ ਮਿਹਰ ਕਿਰਪਾ ਆਪਣੇ ਆਪ ਹੀ ਆ ਜਾਂਦੀ ਹੈ ਜਿੱਥੇ ਜੀਵਨ ਹੋਵੇ, ਜਿੱਥੇ ਰੱਬ ਦੀ ਯਾਦ ਹੋਵੇ। ਬਸ ਇਹ ਧਿਆਨ ਰੱਖਣਾ। ਸਤਿਗੁਰੂ ਜੀ ਨੇ ਅੱਜ ਦੇ ਸ਼ਬਦ ਦੇ ਵਿੱਚ ਸਾਨੂੰ ਇਹ ਬਖਸ਼ਿਸ਼ ਕੀਤੀ ਹੈ, ਇਹ ਕਿਰਪਾ ਕੀਤੀ ਹੈ। 2 ਮਾਰਗ ਨੇ, ਇੱਕ ਤੇ ਮਾਇਆ ਦਾ ਮਾਰਗ ਹੈ। ਉਹ ਮਾਰਗ ਜਿਹੜਾ ਉਹਦੇ ਉੱਪਰ ਪੰਥਾ ਪ੍ਰੇਮ ਨਾ ਜਾਣਈ ਭੁੱਲੀ ਫਿਰੇ, ਉਹ ਇੱਦਾਂ ਦਾ ਮਾਰਗ ਹੈ। ਇੱਕ ਪ੍ਰੇਮ ਦਾ ਮਾਰਗ ਹੈ, ਗੁਰੂ ਦੇ ਚਰਨਾਂ ਕਮਲਾਂ ਦੀ ਪ੍ਰੀਤ ਦਾ ਮਾਰਗ ਹੈ। ਉਸ ਮਾਰਗ ਤੇ ਚੱਲ ਕਰਕੇ ਤਿਨ ਕੀ ਸ਼ੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਉਹਨਾਂ ਦੀ ਸ਼ੋਭਾ ਸਾਰੀਆਂ ਥਾਵਾਂ ਤੇ ਹੋਣੀ ਹੈ, ਤੇ ਜਿਨ੍ਹਾਂ ਨੇ ਵਿਸਾਰ ਦਿੱਤਾ, ਭੁਲਾ ਦਿੱਤਾ, ਉਹ ਸ਼ੋਭਾ ਵਡਿਆਈ ਦੀ ਆਸ ਨਾ ਰੱਖਣਾ।
ਮਾਲਕ ਕਿਰਪਾ ਕਰਨ, ਸਤਿਗੁਰੂ ਦਾ ਸ਼ਬਦ ਉਪਦੇਸ਼ ਸਾਡੇ ਹਿਰਦੇ ਘਰ ਵਿੱਚ ਵਸ ਜਾਵੇ। ਇਹ ਲੋਕ ਪਰਲੋਕ ਸਾਡੇ ਸੁਹੇਲੇ ਹੋ ਸਕਣ। ਗੁਰੂ ਦੇ ਦੱਸੇ ਰਾਹ ਦੇ ਉੱਪਰ ਚੱਲ ਕੇ ਸਾਡਾ ਸਾਰਿਆਂ ਦਾ ਜੀਵਨ ਸਫਲਾ ਹੋ ਜਾਵੇ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਫਤਿਹ ਦੀ ਸਾਂਝ ਕਰੋ, ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।